ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਅਸੀਂ ਕਰਾਂਗੇ BA 5th ਸਮੈਸਟਰ ਹਿਸਟਰੀ ਦਾ ਸਿਲੇਬਸ, ਠੀਕ ਹੈ, ਜਿਹੜਾ ਕਿ ਵਰਡ ਹਿਸਟਰੀ ਦੇ ਨਾਲ ਰਿਲੇਟਡ ਆ। ਸਭ ਤੋਂ ਪਹਿਲਾਂ ਯੂਨਿਟ 1 ਦਾ ਪਹਿਲਾ ਹੀ ਕੁਐਸਚਨ ਆ, ਵਟ ਡੂ ਯੂ ਮੀਨ ਵਾਈ ਫਿਊਡਲਿਜ਼ਮ, ਐਕਸਪਲੇਨ ਇਟਸ ਫੀਚਰਸ। ਠੀਕ ਹੈ, ਸਾਮੰਤਵਾਦ ਜਿਹੜਾ ਆ ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਤੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਆ। ਸੋ ਇਹਦਾ ਜਿਹੜਾ ਅਸੀਂ ਸਾਮੰਤਵਾਦ ਕਰਾਂਗੇ, ਪੰਜਾਬੀ ਔਰ ਇੰਗਲਿਸ਼ ਦੋਨਾਂ ਹੀ ਮੀਡੀਅਮ ਦੇ ਵਿੱਚ ਜਿਹੜਾ ਇਸ ਆਪਾਂ ਕਰ ਲਾਂਗੇ ਕੁਐਸਚਨ। Feudalism was an important feature of medieval European civilization. It was a condition of society based on the principle of protection, service and payments. ਸਾਮੰਤਵਾਦ ਮੱਧਕਾਲੀਨ ਯੂਰਪੀ ਸੱਭਿਅਤਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਸੀ। ਇਹ ਸਮਾਜ ਦੀ ਸੁਰੱਖਿਆ, ਸੇਵਾ, ਲੈਣ ਦੇਣ ਦੀ ਸ਼ਰਤ ਦੇ ਉੱਤੇ ਆਧਾਰਿਤ ਇੱਕ ਸਿਧਾਂਤ ਸੀ। ਠੀਕ ਹੈ, ਸੋ ਸਾਮੰਤਵਾਦ ਜਿਹੜਾ ਆ ਮੱਧਕਾਲੀਨ ਯੂਰਪੀ, ਠੀਕ ਹੈ, ਸੋ ਮੱਧਕਾਲ ਦੇ ਵਿੱਚ ਜਿਹੜੀ ਯੂਰਪੀਅਨ ਸੱਭਿਅਤਾ ਸੀ ਉਹਦੇ ਵਿੱਚ ਇੱਕ ਖਾਸ ਫੀਚਰ ਰਿਹਾ ਹੈ, ਇੱਕ ਖਾਸ ਜਿਹੜੀ ਇਹਦੀ ਵਿਸ਼ੇਸ਼ਤਾ ਸੀਗੀ। ਸੋ ਕਿਹਦੇ ਨਾਲ ਰਿਲੇਟਡ ਆ ਇਹ? ਸੁਰੱਖਿਆ ਦੇ ਨਾਲ, ਸੇਵਾ ਦੇ ਨਾਲ, ਲੈਣ ਦੇਣ ਦੀ ਸ਼ਰਤ। ਠੀਕ ਹੈ, ਇਹਦੇ ਵਿੱਚ ਸੁਰੱਖਿਆ ਵੀ ਆਉਂਦੀ ਆ, ਸੇਵਾ ਵੀ ਔਰ ਲੈਣ ਦੇਣ। ਠੀਕ ਹੈ, ਅੱਗੇ ਜਾ ਕੇ ਦੇਖਾਂਗੇ, ਇਹਨੂੰ ਹੋਰ ਵੀ ਈਜ਼ੀ ਕਰ ਲਾਂਗੇ। ਠੀਕ ਹੈ, ਸੋ ਅੱਜ ਅਸੀਂ ਡੈਫੀਨੇਸ਼ਨ ਪੜ੍ਹ ਰਹੇ ਹਾਂ। ਸੋ ਅੱਗੇ ਜਾ ਕੇ ਬਹੁਤ ਈਜ਼ੀ ਜਿਹਾ ਕੁਐਸਚਨ ਆ ਇਹ। ਦੇਖੋ ਇਹਦੀ, ਸਾਮੰਤਵਾਦ ਭੂਮੀ ਜਾਂ ਜ਼ਮੀਨ ਨਾਲ ਜੁੜਿਆ ਹੋਇਆ ਹੈ। ਠੀਕ ਹੈ, ਸਾਮੰਤਵਾਦ ਜਿਹੜਾ ਫਿਊਡਲਿਜ਼ਮ ਆ ਉਹ ਲੈਂਡ ਦੇ ਨਾਲ ਰਿਲੇਟਡ ਆ, ਇਸ ਦਾ ਸੰਬੰਧ ਜ਼ਮੀਨ ਨਾਲ ਆ। ਇਹ ਜਰਮਨ ਸ਼ਬਦ ਫਿਊਡ ਤੋਂ ਬਣਿਆ ਹੋਇਆ ਹੈ। ਠੀਕ ਹੈ, ਇਹ ਜਿਹੜਾ ਸ਼ਬਦ ਆ ਜਰਮਨ ਦੀ ਜਿਹੜਾ ਸੀਗਾ ਸ਼ਬਦ ਫਿਊਡ ਤੋਂ ਬਣਿਆ ਹੋਇਆ ਹੈ। ਇਸ ਦਾ ਭਾਵ ਹੈ ਜ਼ਮੀਨ ਦਾ ਟੁਕੜਾ ਜਾਂ ਜਗੀਰ। ਇਸ ਤਰ੍ਹਾਂ ਸਾਮੰਤਵਾਦ ਦਾ ਸੰਬੰਧ ਭੂਮੀ ਜਾਂ ਜਗੀਰ ਤੋਂ ਹੈ। ਸਾਮੰਤਵਾਦ ਪ੍ਰਥਾ ਦੀ ਗੱਲ ਕਰੀਏ ਤਾਂ ਇਸ ਦੀ ਸਥਿਤੀ ਹਰ ਜਗ੍ਹਾ 'ਤੇ ਵੱਖੋ ਵੱਖਰੀ ਸੀ। ਭਾਵ ਯੂਰਪ ਦੇ ਦੇਸ਼ਾਂ ਦੇ ਵਿੱਚ ਇਸ ਦੇ ਲੱਛਣਾਂ ਦੇ ਵਿੱਚ ਭਿੰਨਤਾ ਸੀ। ਠੀਕ ਹੈ, ਸਾਮੰਤਵਾਦ ਅਸੀਂ ਪਹਿਲਾਂ ਦੇਖਿਆ ਕਿ ਜਿਹੜਾ ਆ ਸੁਰੱਖਿਆ, ਸੇਵਾ ਅਤੇ ਲੈਣ ਦੇਣ 'ਤੇ ਆਧਾਰਿਤ ਆ। ਉਸ ਤੋਂ ਬਾਅਦ ਜ਼ਮੀਨ ਦੇ ਨਾਲ ਜੁੜਿਆ ਹੋਇਆ ਆ ਅਤੇ ਇਹ ਜਰਮਨ ਦੇ ਸ਼ਬਦ ਜਿਹੜਾ ਫਿਊਡ ਤੋਂ ਬਣਿਆ ਹੋਇਆ ਆ। ਠੀਕ ਹੈ, ਫਿਊਡਲ ਵਰਡ ਮੀਨਿੰਗ। ਠੀਕ ਹੈ, ਫਿਊਡਲ ਜਿਹੜਾ ਉਹਦਾ ਵਰਡ ਜਿਹੜਾ ਆ ਉਹਦਾ ਮੀਨਿੰਗ ਕੀ ਆ? ਇਟ ਇਜ਼ ਡਿਰਾਈਵਡ ਫਰੋਮ ਦਾ ਜਰਮਨ ਵਰਡ ਫਿਊਡ। ਇਟ ਮੀਨਸ ਅ ਪੀਸ ਆਫ ਲੈਂਡ ਔਰ ਜਗੀਰ। ਠੀਕ ਹੈ, ਸੋ ਕਹਿੰਦੇ ਕਿ ਇਹਦੇ ਤੋਂ ਜਰਮਨੀ ਦੀ ਜਿਹੜੀ ਆ ਜਰਮਨੀ ਵਰਡ ਆ ਫਿਊਡ ਤੋਂ ਲਿਆ ਗਿਆ ਆ। ਇਹਦਾ ਮੀਨ ਕੀ ਆ ਕਿ ਇੱਕ ਪੀਸ ਆ, ਇੱਕ ਲੈਂਡ ਜਿਹੜਾ ਪੀਸ ਆਫ ਲੈਂਡ। ਠੀਕ ਹੈ, ਇੱਕ ਜ਼ਮੀਨ ਦਾ ਟੁਕੜਾ ਹੈ ਜਾਂ ਜਗੀਰ ਆ। Feudal system was completely based on land ownership and land distribution. ਠੀਕ ਹੈ, ਕਹਿੰਦੇ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਆ ਨਾ ਭੂਮੀ ਦੇ ਮਾਲਕ ਅਤੇ ਭੂਮੀ ਦੀ ਵੰਡ ਦੇ ਉੱਤੇ ਆਧਾਰਿਤ ਸੀ। ਠੀਕ ਹੈ, ਸੋ ਸਾਮੰਤਵਾਦ ਕੀ ਆ ਕਿ ਅਸਲ ਦੇ ਵਿੱਚ ਸਾਮੰਤਵਾਦ ਇੱਕ ਅਜਿਹੀ ਵਿਵਸਥਾ ਆ ਜਿਸ ਦੇ ਵਿੱਚ ਰਾਜਾ ਆਪਣੇ ਅਧੀਨ ਵੱਡੇ ਸਾਮੰਤਾਂ ਨੂੰ ਉਹਨਾਂ ਦੀਆਂ ਸੈਨਿਕ ਅਤੇ ਰਾਜਨੀਤਿਕ ਸੇਵਾਵਾਂ ਦੇ ਬਦਲੇ ਵੱਡੀਆਂ ਜਗੀਰਾਂ ਦਿੰਦਾ ਸੀ ਅਤੇ ਉਹ ਵੱਡੇ ਸਾਮੰਤ ਅੱਗੇ ਛੋਟੇ ਸਾਮੰਤਾਂ ਨੂੰ ਉਹਨਾਂ ਦੇ ਸੇਵਾਵਾਂ ਦੇ ਬਦਲੇ ਛੋਟੀਆਂ ਜਗੀਰਾਂ ਜਿਹੜੀਆਂ ਸੀਗੀਆਂ ਵੰਡਦੇ ਸੀ। ਠੀਕ ਹੈ, ਸੋ ਇਹ ਤਾਂ ਆਪਾਂ ਥਿਊਰੀ ਪੜ੍ਹੀ ਆ, ਆਪਾਂ ਬੁੱਕ ਤੋਂ ਪੜ੍ਹੀ ਆ ਅਤੇ ਹੁਣ ਅਸੀਂ ਜਿਹੜੀ ਆ ਆਪਣੀ ਲੈਂਗੁਏਜ ਦੇ ਵਿੱਚ ਜਿਹੜਾ ਇੱਕ ਵਾਰੀ ਇਹਨੂੰ ਈਜ਼ੀ ਜਿਹਾ ਕਰਕੇ ਸਮਝ ਲਈਏ। ਠੀਕ ਹੈ, ਸੋ ਕੁਐਸਚਨ ਹੈਗਾ ਫਿਊਡਲਿਜ਼ਮ। ਠੀਕ ਹੈ, ਸਾਮੰਤਵਾਦ। ਸਾਮੰਤ ਇੱਕ ਵਿਅਕਤੀ ਨੂੰ ਕਿਹਾ ਗਿਆ ਹੈ। ਠੀਕ ਹੈ, ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਸੋਚੋ ਕਿ ਸਾਮੰਤ ਇੱਕ ਵਿਅਕਤੀ ਨੂੰ ਕਿਹਾ ਗਿਆ ਆ। ਔਰ ਇੱਕ ਗੱਲ ਦਿਮਾਗ ਦੇ ਵਿੱਚ ਹੋਰ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਆ ਇਸ ਵਾਰੀ ਵਰਡ ਹਿਸਟਰੀ ਦਾ ਸਿਲੇਬਸ ਜਿਹੜਾ ਆ ਕਰ ਰਹੇ ਹਾਂ। ਸੋ ਯੂਰਪ ਦੇ ਵਿੱਚ ਜਿਹੜੀ ਸਾਮੰਤਵਾਦੀ ਵਿਵਸਥਾ ਸੀ, ਜਿਵੇਂ ਭਾਰਤ ਵਿੱਚ ਸੀ ਉਵੇਂ ਹੀ ਯੂਰਪ ਦੇ ਵਿੱਚ ਵੀ ਸਾਮੰਤਵਾਦੀ ਵਿਵਸਥਾ ਸੀ। ਠੀਕ ਹੈ, ਅਤੇ ਉਹ ਕੀ ਸੀ ਅਸੀਂ ਉਹਦੇ ਬਾਰੇ ਪੜ੍ਹ ਰਹੇ ਹਾਂ। ਸਾਮੰਤ ਇੱਕ ਵਿਅਕਤੀ ਨੂੰ ਕਿਹਾ ਗਿਆ ਆ। ਹੁਣ ਮੈਂ ਤੁਹਾਨੂੰ ਦੱਸਦੀ ਸਾਮੰਤ ਕੀ ਆ। ਠੀਕ ਹੈ, ਜਿਵੇਂ ਕਿ ਅਸੀਂ ਪੜ੍ਹਿਆ ਸਾਮੰਤ ਜ਼ਮੀਨ ਦੇ ਨਾਲ ਰਿਲੇਟਡ ਆ। ਠੀਕ ਹੈ, ਸਾਮੰਤਵਾਦ ਜਿਹੜਾ ਆ ਫਿਊਡਲਿਜ਼ਮ ਜਿਹੜਾ ਆ ਉਹ ਜ਼ਮੀਨ ਲੈਂਡ ਦੇ ਨਾਲ ਜੁੜਿਆ ਹੋਇਆ ਆ। ਸਾਮੰਤ ਇੱਕ ਵਿਅਕਤੀ ਆ। ਠੀਕ ਹੈ, ਇਹ ਗੱਲ ਅਸੀਂ ਆਪਣੇ ਮਾਈਂਡ 'ਚ ਬਿਠਾ ਲੈਣੀ ਆ। ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਆਪਾਂ ਦੇਖਿਆ ਕਿ ਯੂਰਪ ਦੇ ਵਿੱਚ ਜਿਹੜਾ ਆ 1500 ਦੇ ਆਸ-ਪਾਸ ਕੀ ਸਿਸਟਮ ਚੱਲਦਾ ਸੀਗਾ ਕਿ ਇੱਕ ਰਾਜਾ ਹੁੰਦਾ ਸੀ, ਕਿੰਗ ਹੁੰਦਾ ਸੀਗਾ। ਕਿੰਗ ਜਿਹੜਾ ਜਦੋਂ ਕਮਜ਼ੋਰ ਹੋਣੇ ਸਟਾਰਟ ਹੋ ਗਏ ਸੀਗੇ ਅਤੇ ਉਹ ਇਹਨਾਂ ਸਾਮੰਤਾਂ ਦੇ ਉੱਪਰ ਡਿਪੈਂਡ ਹੋ ਗਏ ਸੀ। ਕਿੰਗ ਨੇ ਕੀ ਕੀਤਾ ਸੀਗਾ ਕਿ ਉਹ ਸਾਰੇ ਰਾਜ ਨੂੰ ਜਿਹੜਾ ਸੀਗਾ ਖੁਦ ਨਹੀਂ ਦੇਖ ਸਕਦਾ ਸੀਗਾ। ਉਹਨੇ ਕੀ ਕੀਤਾ, ਇੱਕ ਵੱਡੇ ਸਰਦਾਰ ਜਿਹੜੇ ਸੀਗੇ ਚੁਣ ਲਏ ਸੀਗੇ ਜਿਨ੍ਹਾਂ ਨੂੰ ਕੀ ਕਿਹਾ ਗਿਆ, ਸਾਮੰਤ। ਠੀਕ ਹੈ, ਇਹਨਾਂ ਸਾਮੰਤਾਂ ਨੂੰ ਉਹਨੇ ਆਪਣਾ ਕੰਮ ਦੇ ਦਿੱਤਾ।
ठीक है। हुण किंग का काम की हुंदा सीगा कि सब तो पहला काम तो यही सीगा कि जमीनां दे उपर जिहड़ा आ ठेका इकट्ठा करना आ, भूमि कर इकट्ठा करना, लैंड रेवेन्यू इकट्ठा करना, जो भी तुसीं कहो है ना, वो इकट्ठा करना हुंदा सीगा। हुण किंग जदों सीगे वो जदों थोड़े आलसी जे हो गए तो उन्होंने की कीता, बिना सामंतां नूं अगे चुन लिया, इन्हां दे उपर रिस्पोंसिबिलिटी पा दित्ती, जिन्हां सामंतां ने अगे जाके 2-3 काम करने आ। पहला काम सामंतां ने की करना, राजे ने उन्होंने जमीन दे दित्ती, ठीक है। सामंत ने की करना है, वो तो टैक्स इकट्ठा करना है, टैक्स इकट्ठा करके जो किंग नूं देना है, किंग ने उहदे विचों उहदा हिस्सा जिहड़ा आ ओनू देना है, ठीक है, सामंत नूं देना। जां असीं इंज कह दईए कि सामंत ने अपना हिस्सा कोल रख लेना है, ठीक है, जिन्नी भी उहदी सैलरी है, जिन्ना उहदा खर्च है, खर्च कित्थे होना उहदा सैना दे उपर, ठीक है। हुण सामंत ने एक तां टैक्स इकट्ठा करना है, किंग दा पहला काम कर दिता। दूजा उहने किंग दे लई आर्मी भी रखनी है, सैना भी रखनी है, उहदा खर्च भी उन्हें उस जमीन दे जिहड़ा लैंड रेवेन्यू आना उहदे ते विचों ही कट्टना आ, ठीक है। 2 चीज़ां हो गईयां। तीसरा, वो हमेशा ही किंग दा जिहड़ा सेवादार बन के रहिंदा, हमेशा ही किंग नूं किसी हैल्प की लोड़ पै गई आ, ठीक है, तो वो जिहड़ा आ सामंत दे उपर डिपेंड आ और सामंत ने हमेशा ही उहदी हैल्प जिहड़ी है करनी आ। सो किंग ने अपनी हैल्प दे लई, अपनी रिस्पोंसिबिलिटी नूं घट करन दे लई सामंत बना दित्ते। सामंत ने अपने प्रॉफिट के लिए, अपनी सैलरी के लिए जिहड़ा सीगा किंग दी अधीनता मान ली और जमीन जिहड़ी आ उहदी रिस्पोंसिबिलिटी लै लई आ, ठीक है। सो इन्होंने पूछा, हुण असीं देख लिया कि ये 3 चीज़ां आईयां, एक किंग आ गया, एक जमीन आ गई और सामंत आ गया। किंग ने अपनी जमीन सामंत नूं दे दित्ती, बदले विच कुछ शर्तां आ, ठीक है, वो प्रोटैक्शन नूं लैके आ, सर्विस नूं लैके और पेमेंट्स नूं लैके आ, लैण देण नूं लैके आ, सेवा नूं लैके आ ते सुरक्षा नूं लैके आ। किंग ने अपनी जिम्मेवारी जिहड़ी सीगी वो जिहड़ी आ सामंत नूं दे दित्ती आ। सो सामंत जिहड़े सीगे किंग अगे एक चीज़ होर है इहदे विच समझ लो कि सामंत जिहड़ा किंग सीगा वो वड्डे सामंतां नूं जमीनां वंडदा सीगा ते वड्डे सामंत अगे छोटे सामंतां नूं वंड दिंदे सी जमीनां, ठीक है। सो फीचर्स कर देंगे, विशेषतावां की है, की देखने नूं मिलदा है ना। सो फीचर्स देख लो, इहदे विच किंग आउंदा आ, सामंत आउंदे आ, है ना, मीनर आ, नाइट आ और जिहड़े आ कृषि दास जिहड़े आ, ठीक है, जिन्हां नूं जिहड़ा सर्फ्स कहा जाता है। किंग, फ्यूडल लॉर्ड्स, मेनर, नाइट, ठीक है, और सर्फ्स जिहड़े आउंदे आ इहदे विच, ठीक है। सो उहदे बारे जिहड़ा आ दस्सिया कि जिहड़े कि कृषि दास आ। हुण इहदे फीचर्स आपां जिहड़े देखने आ। सो सामंत मैं तुहानूं दस चुकी पहला भी, ठीक है। सामंत नूं मध्य युग की यूरोपी सभ्यता का आधार स्तंभ किया जाता है। जर्मन के शब्द फ्यूड तो बनया, इसका भाव जमीन का टुकड़ा या जगीर। इस तरह सामंतवाद जिहड़ा है इसका संबंध भूमि या जगीर नाल है, ठीक है। जिहड़ा फ्यूडलिज्म आ उहदा सीधा रिलेशन किहदे नाल आ, लैंड दे नाल आ। सो फ्यूडलिज्म नूं जिहड़ा समझना कोई आसान काम नहीं है, क्योंकि इहदे विच हरेक यूरोप के देश के जिहड़े लक्षणां दे विच भिन्नता पाई गई है, ठीक है। सो इन्हां दे कामां दे विच, इन्हां दे फीचर्स दे विच थोड़ा डिफरेंस पाया गया, हरेक कंट्री दे विच कुछ अलग अलग सीगी। असल विच सामंतवाद एक अजिही व्यवस्था है जिस विच राजा अपने अधीन वड्डे सामंतां नूं उन्हां दे सैनिक अते राजनीतिक सेवावां दे बदले वड्डियां वड्डियां जगीरां दे दिंदा सीगा। हुण उन्हां दे सैनिक ते राजनीतिक सेवावां की सीगीआं, जां तां उन्होंने राजनीति विच कोई सेवा कीती जां आर्मी रखी, उहदे विच उन्हां नूं उहदे बदले विच वड्डियां वड्डियां जगीरां दे दित्तियां आ। इह वड्डे सामंत अगे छोटे सामंतां नूं उन्हां दी सेवावां दे बदले छोटियां जगीरां वंडदे सी, क्योंकि जगीर जिहड़ी सी दित्ती हुंदी सी, जां आपां कहीए कि जिहड़ा पीस ऑफ लैंड सी काफ़ी वड्डा हुंदा सीगा, ते इहदे करके की कीता सीगा वड्डे सामंतां ने भी अगे छोटे सामंत रखे हुए सीगे। इस तरह सामंत व्यवस्था पूरी तरह नाल मालक, भूमि के मालक अते भूमि की वंड ते आधारित सी। सो साइलेंट फीचर्स ऑफ फ्यूडलिज्म, ठीक है। सो सामंतवाद दी विशेषतावां सब तो पहला की है, इहदे विच आउंदा किंग, ठीक है। सब तो पहला जिहड़ा किंग आउंदा है क्योंकि जमीन का मालक आ, ठीक है। सो किंग आउंदा सीगा और इस करके जिहड़ा सीगा सिद्धांतक रूप दे विच राजा पूरी तरह भूमि का मालक सी। हुण जिहड़ा सारी लैंड का जिहड़ा आ मालक आ वो कौन आ, राजा आ। सामंती दर्जाबंदी विच राजे का सर्वोच्च स्थान सी, ठीक है। जे आपां सारे फ्यूडल सिस्टम की गल करिए तो सब तो उपर जिहड़ा आ स्थान जिहड़ा है वो किंग का ही आ।
ਮੱਧਕਾਲ ਦੇ ਵਿੱਚ ਰਾਜੇ ਕੋਲ ਨਾ ਤਾਂ ਕੋਈ ਸਥਾਈ ਸੈਨਾ ਹੁੰਦੀ ਸੀ, ਨਾ ਹੀ ਉਸ ਕੋਲ ਆਮਦਨ ਦੇ ਵਧੇਰੇ ਸਾਧਨ ਹੁੰਦੇ ਸਨ। ਇਸ ਲਈ ਰਾਜੇ ਦੇ ਲਈ ਦੂਰ ਖੇਤਰਾਂ ਉੱਤੇ ਨਿਯੰਤਰਣ ਰੱਖਣਾ ਅਤੇ ਆਪਣੇ ਰਾਜ ਦੀ ਸੁਰੱਖਿਆ ਕਰਨਾ ਮੁਸ਼ਕਿਲ ਸੀਗਾ। ਠੀਕ ਹੈ, ਹੁਣ ਕਿੰਗ ਦੇ ਕੋਲ ਕਹਿੰਦੇ ਕੋਈ ਆਮਦਨ ਦੇ ਇੰਨੇ ਜ਼ਿਆਦਾ ਸੋਰਸਿਸ ਵੀ ਨਹੀਂ ਸੀਗੇ, ਔਰ ਨਾ ਹੀ ਉਹਦੇ ਕੋਲ ਜਿਹੜੀ ਇੱਕ ਪਰਮਾਨੈਂਟ ਆਰਮੀ ਹੁੰਦੀ ਸੀਗੀ। ਇਸ ਦੇ ਲਈ ਸਾਰੇ ਹੀ ਜਿੱਥੇ ਵੀ ਉਹਦਾ ਰਾਜ ਸੀਗਾ ਕੰਟਰੀ 'ਚੋਂ ਸਾਰੀ ਕੰਟਰੀ ਨੂੰ ਦੇਖਣਾ ਹੈ ਨਾ, ਸੋ ਉਹਦੇ ਲਈ ਮੁਸ਼ਕਿਲ ਹੁੰਦਾ ਸੀਗਾ। ਇਸ ਲਈ ਉਸਨੇ ਕੀ ਕੀਤਾ, ਆਪਣੀ ਭੂਮੀ ਦਾ ਇੱਕ ਵੱਡਾ ਹਿੱਸਾ ਆਪਣੇ ਅਧੀਨ ਵੱਡੇ ਵੱਡੇ ਸਾਮੰਤਾਂ ਵਿੱਚ ਵੰਡ ਦਿੱਤਾ। ਠੀਕ ਹੈ, ਸੋ ਇਹਨਾਂ ਸਾਮੰਤਾਂ ਨੂੰ ਲਾਰਡ ਕਿਹਾ ਜਾਂਦਾ ਸੀ। ਠੀਕ ਹੈ, ਲਾਰਡ ਜਿਹੜਾ ਆ ਸਾਮੰਤ ਨੂੰ ਕਿਹਾ ਜਾਂਦਾ ਆ। ਇਹ ਸ਼ਾਰਟ ਕੁਐਸਚਨ ਦੇ ਵਿੱਚ ਵੀ ਤੁਹਾਨੂੰ ਪੁੱਛਿਆ ਜਾਣਾ ਕਿ ਲਾਰਡ ਕੌਣ ਆ। ਸਿਰਫ ਵੱਡੇ ਸਾਮੰਤਾਂ ਨੂੰ ਲਾਰਡ ਕਿਹਾ ਜਾਂਦਾ, ਇਕੱਲੇ ਸਾਮੰਤਾਂ ਨੂੰ ਨਹੀਂ, ਵੱਡੇ ਸਾਮੰਤਾਂ ਨੂੰ ਕੀ ਆ, ਲਾਰਡ ਕਿਹਾ ਜਾਂਦਾ ਆ। ਲਾਰਡ ਦਾ ਮੀਨਿੰਗ ਕੀ ਹੈ, ਲਾਰਡ ਤੋਂ ਭਾਵ ਸੀ ਰੋਟੀ ਦੇਣ ਵਾਲਾ। ਇਹ ਲਾਰਡ ਜਗੀਰ ਪ੍ਰਾਪਤ ਕਰਨ ਤੋਂ ਬਾਅਦ ਡਿਊਕ, ਕਾਊਂਟ, ਵਿਸਕਾਊਂਟ ਅਤੇ ਅਰਲ ਆਦਿ ਦੀ ਪਦਵੀ ਧਾਰਨ ਕਰਦੇ ਸੀ। ਇਹ ਲਾਰਡ ਰਾਜੇ ਦੇ ਪ੍ਰਤੀ ਵਫਾਦਾਰ ਰਹਿਣ ਦੀ ਸਹੁੰ ਖਾਂਦੇ ਸੀ। ਉਹ ਰਾਜੇ ਨੂੰ ਸੈਨਿਕ ਅਤੇ ਰਾਜਨੀਤਿਕ ਸੇਵਾਵਾਂ ਪ੍ਰਦਾਨ ਕਰਦੇ ਸੀ। ਇਹ ਲਾਰਡ ਆਪਣੇ ਕੁਝ ਭੂਮੀ ਨੂੰ ਛੋਟੇ ਸਾਮੰਤਾਂ ਵਿੱਚ ਵੰਡ ਦਿੰਦੇ ਸੀ। ਇਸ ਪ੍ਰਕਾਰ ਇਹ ਛੋਟੇ ਸਾਮੰਤ ਆਪਣੀ ਭੂਮੀ ਨੂੰ ਨਾਈਟਾਂ ਦੇ ਵਿੱਚ ਵੰਡਦੇ ਸਨ। ਇਸ ਪ੍ਰਕਾਰ ਸਾਮੰਤਵਾਦੀ ਵਿਵਸਥਾ ਦੇ ਵਿੱਚ ਰਾਜਾ ਸਭ ਤੋਂ ਉੱਪਰ ਅਤੇ ਨਾਈਟ ਸਭ ਤੋਂ ਹੇਠਾਂ ਹੁੰਦਾ ਸੀ। ਠੀਕ ਹੈ, ਸੋ ਦੇਖੋ ਰਾਜੇ ਨੇ ਜ਼ਮੀਨ ਦਿੱਤੀ, ਜਿਹੜੀ ਸੀਗੀ ਰਾਜੇ ਨੇ ਜ਼ਮੀਨ ਦਿੱਤੀ ਲਾਰਡ ਨੂੰ। ਲਾਰਡ ਮਤਲਬ ਵੱਡਾ ਸਾਮੰਤ। ਵੱਡੇ ਸਾਮੰਤ ਨੇ ਅੱਗੇ ਜਾ ਕੇ ਜਿਹੜੀ ਸੀਗੀ ਜ਼ਮੀਨ ਛੋਟੇ ਸਾਮੰਤਾਂ ਵਿੱਚ ਵੰਡ ਦਿੱਤੀ। ਛੋਟੇ ਸਾਮੰਤਾਂ ਨੇ ਵੀ ਜਿਨ੍ਹਾਂ ਨੂੰ ਅੱਗੇ ਜ਼ਮੀਨ ਦਿੱਤੀ, ਠੀਕ ਹੈ, ਜਿਹਦੇ ਕੋਲ ਲਾਸਟ ਵਿੱਚ ਜ਼ਮੀਨ ਗਈ ਆ, ਅਤੇ ਉਹ ਕੀ ਆ, ਨਾਈਟ ਕਿਹਾ ਜਾਂਦਾ। ਇਸ ਲਈ ਸਭ ਤੋਂ ਉੱਪਰ ਗੱਲ ਕਰੀਏ ਇਸ ਸਿਸਟਮ ਦੀ, ਫਿਊਡਲ ਸਿਸਟਮ ਦੀ, ਤਾਂ ਸਭ ਤੋਂ ਉੱਪਰ ਕਿੰਗ ਆ, ਔਰ ਸਭ ਤੋਂ ਛੋਟੀ ਪੋਸਟ ਦੀ ਗੱਲ ਕਰੀਏ ਤਾਂ ਉਹ ਨਾਈਟ ਦੀ ਪੋਸਟ ਆ। ਉਸ ਤੋਂ ਬਾਅਦ ਦਾ ਫਿਊਡਲ ਲਾਰਡਸ। ਠੀਕ ਹੈ, ਫਿਊਡਲ ਲਾਰਡਸ ਜਿਹੜੇ ਸਾਮੰਤ ਜਿਹੜੇ ਸੀਗੇ, ਸਾਮੰਤ ਦੇ ਬਾਰੇ ਪੜ੍ਹਦੇ ਹਾਂ, ਜਿਨ੍ਹਾਂ ਨੂੰ ਲਾਰਡ ਵੀ ਕਿਹਾ ਜਾਂਦਾ ਹੈ। ਠੀਕ ਹੈ, ਸਾਮੰਤ ਜਾਂ ਲਾਰਡ ਆਪਣੀ ਜਗੀਰ ਦੇ ਅੰਦਰ ਸਰਵ ਸ਼ਕਤੀਸ਼ਾਲੀ ਹੁੰਦਾ ਸੀ, ਕਿਉਂਕਿ ਉਹਨੂੰ ਕਿੰਗ ਨੇ ਜ਼ਮੀਨ ਦੇ ਦਿੱਤੀ। ਠੀਕ ਹੈ, ਹੁਣ ਉਹਦੀ ਰਿਸਪੌਂਸਿਬਿਲਿਟੀ ਹੈ, ਇਸ ਲਈ ਆਪਣੀ ਜ਼ਮੀਨ ਦੇ ਵਿੱਚ ਉਹ ਸਰਵ ਸ਼ਕਤੀਸ਼ਾਲੀ ਆ। ਉਸ ਦੇ ਅਧੀਨ ਇੱਕ ਸੈਨਾ ਹੁੰਦੀ ਸੀ, ਉਹ ਇਸ ਸੈਨਾ ਦੇ ਵਿੱਚ ਵਾਧਾ ਕਰ ਸਕਦਾ ਸੀ। ਉਹ ਬਾਹਰੀ ਦੁਸ਼ਮਣਾਂ ਤੋਂ ਆਪਣੇ ਅਧੀਨ ਸਾਮੰਤਾਂ ਦੀ ਰੱਖਿਆ ਕਰਦਾ ਸੀ। ਉਹ ਆਪਣੀ ਅਦਾਲਤ ਵੀ ਲਾਉਂਦਾ ਸੀ। ਉਹ ਆਪਣੀ ਜਗੀਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕੱਦਮਿਆਂ ਦਾ ਫੈਸਲਾ ਵੀ ਕਰਦਾ ਸੀ। ਉਸ ਦੇ ਫੈਸਲਿਆਂ ਨੂੰ ਅੰਤਿਮ ਮੰਨਿਆ ਜਾਂਦਾ ਸੀ। ਕਿਸੇ ਵਿੱਚ ਵੀ ਉਸ ਦੇ ਫੈਸਲਿਆਂ ਵਿਰੁੱਧ ਅਪੀਲ ਕਰਨ ਦਾ ਹੌਸਲਾ ਨਹੀਂ ਹੁੰਦਾ ਸੀ। ਉਹ ਆਪਣਾ ਸਿੱਕਾ ਵੀ ਚਲਾ ਸਕਦਾ ਸੀ। ਜੇਕਰ ਉਸਨੇ ਅਧੀਨ ਕੋਈ ਸਾਮੰਤ ਆਪਣੀਆਂ ਸੇਵਾਵਾਂ ਵਿੱਚ ਅਸਫਲ ਰਹਿੰਦਾ ਸੀ ਤਾਂ ਉਹ ਉਸ ਦੀ ਜਗੀਰ ਵੀ ਖੋ ਸਕਦਾ ਸੀ। ਠੀਕ ਹੈ, ਅਤੇ ਕਦੀ ਕਦੀ ਲਾਰਡ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਸੀ ਕਿ ਉਹ ਰਾਜੇ ਦੀ ਪਰਵਾਹ ਵੀ ਨਹੀਂ ਕਰਦੇ ਸੀ। ਸੋ ਸਾਮੰਤਾਂ ਦੀ ਗੱਲ ਇੱਥੇ ਹੋ ਰਹੀ ਹੈ ਕਿ ਸਾਮੰਤ ਸਰਵ ਸ਼ਕਤੀਸ਼ਾਲੀ ਹੈ, ਜਿੱਥੇ ਉਹਦੀ ਜ਼ਮੀਨ ਆ ਉਹ ਸਰਵ ਸ਼ਕਤੀਸ਼ਾਲੀ ਆ, ਔਰ ਜਿਸ ਏਰੀਏ ਦੇ ਵਿੱਚ ਉਹਦੇ ਕੋਲ ਜ਼ਮੀਨ ਆ ਉੱਥੇ ਦਾ ਉਹੀ ਜਿਹੜਾ ਆ ਨਿਆਇਤੀਸ਼ ਆ। ਠੀਕ ਆ, ਉੱਥੇ ਉਹੀ ਨਿਆਂ ਕਰਦਾ, ਕੋਰਟ ਵੀ ਲਗਾਉਂਦਾ ਹੈ, ਲੋਕਾਂ ਦੇ ਜਿੰਨੇ ਵੀ ਡਿਸਪਿਊਟਸ ਆ ਉਹਨਾਂ ਨੂੰ ਖ਼ਤਮ ਕਰਦਾ ਆ। ਠੀਕ ਹੈ, ਔਰ ਉਹਦਾ ਹੀ ਜਿਹੜਾ ਡਿਸੀਜ਼ਨ ਆ ਉਹਨੂੰ ਲਾਸਟ ਮੰਨਿਆ ਜਾਂਦਾ ਆ। ਕੋਈ ਵੀ ਉਹਦੇ ਜਿਹੜਾ ਸੀਗਾ ਫੈਸਲਿਆਂ ਦੇ ਵਿਰੁੱਧ, ਠੀਕ ਆ, ਅੱਗੇ ਅਪੀਲ ਨਹੀਂ ਸੀ ਕਰਦਾ ਹੁੰਦਾ। ਅਤੇ ਇੱਥੋਂ ਤੱਕ ਕਿ ਉਹ ਆਪਣਾ ਸਿੱਕਾ ਵੀ ਚਲਾ ਸਕਦਾ ਸੀ। ਠੀਕ ਹੈ, ਆਪਣੀ ਕਰੰਸੀ ਵੀ ਉਹ ਉੱਥੇ ਉਸ ਰਾਜ ਦੇ ਵਿੱਚ ਚਲਾ ਸਕਦਾ ਆ। ਜੇਕਰ ਉਹਦੇ ਅਧੀਨ ਕਹਿੰਦੇ ਕੋਈ ਸਾਮੰਤ ਜਿਹੜਾ ਸੀਗਾ ਆਪਣੀਆਂ ਸੇਵਾਵਾਂ ਜਿਹਨੂੰ ਉਹਨੇ ਅੱਗੇ ਜ਼ਮੀਨ ਦਿੱਤੀ ਆ ਫੇਲ ਰਹਿੰਦਾ ਸੀ ਤਾਂ ਉਹਦੇ ਤੋਂ ਜਗੀਰ ਵਾਪਸ ਲੈ ਸਕਦਾ ਸੀਗਾ। ਕਹਿੰਦੇ ਕਦੀ ਕਦੀ ਲਾਰਡ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਸੀ ਕਿ ਉਹ ਰਾਜੇ ਦੀ ਪਰਵਾਹ ਵੀ ਨਹੀਂ ਕਰਦੇ ਸੀਗੇ। ਹੁਣ ਆਪਾਂ ਉਹਨਾਂ ਦੀ ਡਿਊਟੀਜ਼ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਜਿਹੜੀਆਂ ਡਿਊਟੀਜ਼ ਕਿਹੜੀਆਂ ਆ। ਸਾਮੰਤਾਂ ਦੀਆਂ ਅਨੇਕਾਂ ਕਰਤੱਵਾਂ ਦਾ ਪਾਲਣ ਕਰਨਾ ਪੈਂਦਾ ਸੀ। ਉਸਨੂੰ ਸਮੇਂ-ਸਮੇਂ 'ਤੇ ਸਵਾਮੀ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਪੈਂਦਾ ਸੀ, ਮਤਲਬ ਉਹਨੂੰ ਕਿੰਗ ਦੀ ਕੋਰਟ ਦੇ ਵਿੱਚ ਜਿਹੜਾ ਹੈ ਟਾਈਮ ਟੂ ਟਾਈਮ ਜਾਣਾ ਪੈਂਦਾ ਆ। ਦਰਬਾਰ ਦੇ ਵਿੱਚ ਉਹ ਆਪਣੇ ਮਾਲਕ ਨੂੰ ਵਿਭਿੰਨ ਮਾਮਲਿਆਂ ਵਿੱਚ ਸਲਾਹ ਦਿੰਦਾ ਸੀਗਾ। ਠੀਕ ਹੈ, ਸੋ ਜਿਹੜਾ ਕਿੰਗ ਆ ਉਹ ਵੀ ਉਹਨਾਂ ਦੀ ਐਡਵਾਈਸ ਜਿਹੜੀ ਆ ਲੈਂਦਾ ਆ। ਉਹ ਆਪਣੇ ਮਾਲਕ ਨੂੰ ਜ਼ਰੂਰਤ ਪੈਣ 'ਤੇ ਸੈਨਿਕ ਸਹਾਇਤਾ ਵੀ ਭੇਜਦਾ ਸੀ। ਅਸੀਂ ਪਹਿਲਾਂ ਵੀ ਪੜ੍ਹਿਆ, ਕਿਉਂਕਿ ਆਰਮੀ ਰੱਖੀ ਉਹਦੇ ਬਦਲੇ ਵਿੱਚ ਹੀ ਜ਼ਮੀਨ ਮਿਲੀ ਆ। ਸੋ ਉੱਥੇ ਕੀ ਕਰਦਾ ਹੈ ਕਿ ਕਿੰਗ ਨੂੰ ਅਗਰ ਲੋੜ ਪੈਂਦੀ ਆਰਮੀ ਦੀ ਤਾਂ ਉਹ ਜਿਹੜੀ ਆਪਣੀ ਆਰਮੀ ਦੇ ਨਾਲ ਉਹਦੀ ਹੈਲਪ ਕਰਦਾ ਆ। ਉਹ ਉਸਨੂੰ ਯੁੱਧ ਦੀ ਜਿਹੜਾ ਸੀ ਉਸਨੂੰ ਖੁਦ ਯੁੱਧ ਦੀ ਸਥਿਤੀ ਵਿੱਚ 40 ਦਿਨਾਂ ਦੀ ਸੈਨਿਕ ਸੇਵਾ ਪ੍ਰਦਾਨ ਕਰਨੀ ਪੈਂਦੀ ਸੀ। ਠੀਕ ਹੈ, ਜੇ ਖੁਦ ਦੇ ਵਿੱਚ ਕਹਿੰਦੇ ਕਿ ਮਤਲਬ ਕਿ ਉਸਨੂੰ ਖੁਦ ਨੂੰ ਯੁੱਧ ਦੀ ਸਥਿਤੀ ਵਿੱਚ, ਠੀਕ ਹੈ, ਜੇ ਮਤਲਬ ਕਿਤੇ ਯੁੱਧ ਲੱਗ ਜਾਂਦਾ 40 ਦਿਨ ਉਹਨੂੰ ਜਿਹੜੇ ਸੀਗੇ ਉੱਥੇ ਸੇਵਾ ਕਰਨੀ ਪੈਂਦੀ ਸੀ, ਜਾਣਾ ਪੈਂਦਾ ਸੀਗਾ। ਉਸਨੂੰ ਆਪਣੇ ਮਾਲਕ ਦੇ ਕਿਲੇ ਦੀ ਰੱਖਿਆ ਦੇ ਲਈ ਵੀ ਪ੍ਰਬੰਧ ਕਰਨਾ ਪੈਂਦਾ ਸੀ। ਅਧੀਨ ਸਾਮੰਤਾਂ ਨੂੰ ਵਿਸ਼ੇਸ਼ ਮੌਕਿਆਂ ਦੇ ਉੱਤੇ ਆਪਣੇ ਮਾਲਕ ਨੂੰ ਧਨ ਰਾਸ਼ੀ ਵੀ ਭੇਟ ਕਰਨੀ ਪੈਂਦੀ ਸੀ। ਜੇਕਰ ਕਦੀ ਕਿਸੇ ਲਾਰਡ ਨੂੰ ਕੈਦੀ ਬਣਾ ਲਿਆ ਜਾਂਦਾ ਸੀ ਤਾਂ ਉਸ ਦੇ ਅਧੀਨ ਸਾਮੰਤ ਉਸ ਦੀ ਰਿਹਾਈ ਦੇ ਲਈ ਧਨ ਰਾਸ਼ੀ ਦਿੰਦਾ ਸੀ।
ठीक है। सो अगे मतलब जो बड़े सामंत नूं अगर अरैसट कर लिया गया किसी चक्कर दे विच तां उहने जिहड़ा अपने अगे छोटे सामंत रखे तां उहदे लई रिहाई दे लई राशि भी दिंदा सीगा। तुसीं थोड़ियां बहुतियां ड्यूटीज़ कर लो, ठीक है, जिहदे विच उहनूं किंग दी कोर्ट दे विच आना पैंदा है, किंग दी हैल्प करनी पैंदी है, खुद नूं भी युद्ध दे विच 40 दिन जाना पैंदा आ, ठीक है। और बस इन्नियां की रिस्पोंसिबिलिटी ही बहुत आ। उस तो बाद मेनर आ ਜਾਂਦਾ ਜਿਹੜਾ लॉर्ड ਦਾ ਘਰ ਸੀ, ਵੱਡੇ ਸਾਮੰਤ ਦਾ ਘਰ ਸੀ, ਉਹਨੂੰ ਮੇਨਰ ਕਹਿੰਦੇ ਸੀਗੇ, ਠੀਕ ਹੈ। ਸੋ ਇਹ ਜਿਹੜੇ ਘਰਾਂ ਦਾ ਆਕਾਰ ਇੱਕੋ ਜਿਹਾ ਨਹੀਂ ਹੁੰਦਾ ਸੀਗਾ। ਸੋ ਮੇਨਰ ਦੇ ਵਿੱਚ ਇਸ ਵਿੱਚ ਥੋੜ੍ਹੇ ਜਿਹੇ ਪਿੰਡਾਂ ਤੋਂ ਲੈ ਕੇ ਅਨੇਕਾਂ ਪਿੰਡ ਸ਼ਾਮਿਲ ਹੁੰਦੇ ਸੀ। ਹਰੇਕ ਮੇਨਰ ਇੱਕ ਉੱਚੀ ਪਹਾੜੀ ਦੀ ਚੋਟੀ ਉੱਤੇ ਸਾਮੰਤ ਦਾ ਕਿਲ੍ਹਾ ਹੁੰਦਾ ਸੀ, ਠੀਕ ਹੈ। ਸੋ ਜਿੱਥੇ ਸਾਮੰਤ ਰਹਿ ਰਿਹਾ ਉਹਦਾ ਇੱਕ ਵੱਡਾ ਕਿਲ੍ਹਾ ਜਿਹੜਾ ਆ ਉਹਨੂੰ ਮੇਨਰ ਕਿਹਾ ਜਾਂਦਾ ਆ। ਇਹ ਕਿਲ੍ਹਾ ਵੀ ਮਤਲਬ ਅਸੀਂ ਕਿਲੇ ਤੋਂ ਅੰਦਾਜ਼ਾ ਲਗਾ ਸਕਦੇ ਸੀਗੇ ਕਿ ਲॉर्ड ਦੀ ਜਿਹੜੀ ਪਦਵੀ ਆ ਉਹ ਕਿੰਨੀ ਕੁ ਵੱਡੀ ਆ, ਠੀਕ ਹੈ। ਸੋ ਇਹ ਕਿਲਾ ਜਿੰਨਾ ਵੱਡਾ ਹੁੰਦਾ ਸੀ ਉਸ ਤੋਂ ਹੀ ਲॉर्ड ਦੀ ਸ਼ਕਤੀ ਦਾ ਮੁਲਾਂਕਣ ਕੀਤਾ ਜਾਂਦਾ ਸੀ, ਠੀਕ ਹੈ। ਸੋ ਇੱਕ ਐਸਟੀਮੇਟ ਲੱਗ ਜਾਂਦਾ ਸੀਗਾ ਕਿ ਲॉर्ड ਦੇ ਕੋਲ ਕਿੰਨੀ ਕੁ ਪਾਵਰ ਆ, ਉਹਦੇ ਕਿਲੇ ਤੋਂ ਪਤਾ ਲੱਗ ਜਾਂਦਾ ਸੀਗਾ। ਇਸ ਕਿਲੇ ਦੀ ਰੱਖਿਆ ਦੇ ਲਈ ਚਾਰੇ ਪਾਸੇ ਇੱਕ ਚੌੜੀ ਖਾਈ ਹੁੰਦੀ ਸੀ। ਇਸ ਨੂੰ ਹਮੇਸ਼ਾ ਪਾਣੀ ਨਾਲ ਭਰ ਕੇ ਰੱਖਿਆ ਜਾਂਦਾ ਸੀ। ਹਰੇਕ ਮੇਨਰ ਦੇ ਵਿੱਚ ਇੱਕ ਚਰਚ, ਇੱਕ ਕਾਰਖਾਨਾ, ਕ੍ਰਿਸ਼ੀ ਦਾਸਾਂ ਦੀਆਂ ਅਨੇਕਾਂ ਝੌਂਪੜੀਆਂ ਹੁੰਦੀਆਂ ਸੀ। ਮੇਨਰ ਦੇ ਵਿੱਚ ਇੱਕ ਵੱਡਾ ਖੇਤੀ ਫਾਰਮ ਵੀ ਸੀ, ठीक है। सो ਜਿਹੜਾ ਮੇਨਰ ਆ ਜਿੱਥੇ ਕਿ ਸਾਮੰਤ ਰਹਿੰਦਾ ਆ ਉਹ ਕਿਲਾ ਇੰਨਾ ਵੱਡਾ ਆ ਕਿ ਦੇਖੋ ਉਹਦੇ ਵਿੱਚ ਕਾਰਖਾਨਾ ਵੀ ਲੱਗਿਆ ਹੋਇਆ, ਕ੍ਰਿਸ਼ੀ ਦਾਸਾਂ ਦੀਆਂ ਝੌਂਪੜੀਆਂ, ਠੀਕ ਹੈ, ਜਿਹੜੇ ਖੇਤੀ ਕਰਦੇ ਆ ਉਹਨਾਂ ਦੀਆਂ ਝੌਂਪੜੀਆਂ ਵੀ ਉਹਦੇ ਵਿੱਚ ਹੀ ਆ। ਵੱਡਾ ਖੇਤੀ ਫਾਰਮ ਹੁੰਦਾ ਸੀਗਾ ਉਹ, ਠੀਕ ਹੈ। ਇੱਥੇ ਹੀ ਸਾਰੀਆਂ ਜ਼ਰੂਰੀ ਫਸਲਾਂ ਦਾ ਉਤਪਾਦਨ ਕੀਤਾ ਜਾਂਦਾ ਸੀ। ਮੇਨਰ ਦੀ ਚਰਾਂਦ ਉੱਤੇ ਪਸ਼ੂ ਚਰਦੇ ਸਨ। ਮੇਨਰਾਂ ਦੇ ਵਿੱਚ ਕਾਫੀ ਜੰਗਲ ਹੁੰਦੇ ਸਨ। ਇਹਨਾਂ ਜੰਗਲਾਂ ਦੇ ਵਿੱਚ ਲॉर्ड ਸ਼ਿਕਾਰ ਕਰਦੇ ਸਨ। ਪਿੰਡ ਵਾਲੇ ਇੱਥੋਂ ਬਾਲਣ ਲਈ ਲੱਕੜੀ ਪ੍ਰਾਪਤ ਕਰਦੇ ਸਨ। ਮੇਨਰ ਦੇ ਵਿੱਚ ਹਰ ਰੋਜ਼ ਵਰਤੋਂ ਦੀਆਂ ਲਗਭਗ ਸਾਰੀਆਂ ਚੀਜ਼ਾਂ ਉਪਲਬਧ ਹੁੰਦੀਆਂ ਸੀ। ਇਸ ਦੇ ਬਾਵਜੂਦ ਵੀ ਮੇਨਰ ਜਿਹੜੇ ਸੀਗੇ ਆਤਮ ਨਿਰਭਰ ਨਹੀਂ ਹੁੰਦੇ ਸੀ। ਇਸ ਦਾ ਕਾਰਨ ਇਹ ਸੀ ਕਿ ਕੁਲੀਨ ਵਰਗ ਦੀ ਵਿਲਾਸਤਾ ਦੀਆਂ ਚੀਜ਼ਾਂ, ਗਹਿਣੇ, ਹਥਿਆਰ ਅਤੇ ਲੂਣ ਬਰਤਨ ਬਾਹਰੋਂ ਮੰਗਵਾਉਣੇ ਪੈਂਦੇ ਸੀ। ਇਸ ਦੇ ਬਾਵਜੂਦ ਵੀ ਮੇਨਰੀ ਸਾਮੰਤੀ ਵਿਵਸਥਾ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ, ਠੀਕ ਹੈ। ਮੇਨਰ ਜਿਹੜਾ ਕਿ ਉਹਨਾਂ ਦਾ ਜਿੱਥੇ ਉਹ ਰਹਿੰਦੇ ਆ ਰੈਜ਼ੀਡੈਂਸੀ ਜਿਹੜੀ ਉਹਨਾਂ ਦੀ, ਠੀਕ ਹੈ, ਕਾਫੀ ਪਿੰਡ ਹੁੰਦੇ ਸੀ ਇਹਦੇ ਵਿੱਚ ਹੀ ਖੇਤੀ ਕੀਤੀ ਜਾਂਦੀ ਸੀ, ਉਤਪਾਦਨ ਇਹਦੇ ਵਿੱਚ ਹੀ ਕੀਤਾ ਜਾਂਦਾ ਸੀਗਾ। ਪਰ ਕੁਛ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਬਾਹਰੋਂ ਵੀ ਉਹਨਾਂ ਨੂੰ ਮੰਗਵਾਉਣੀਆਂ ਪੈਂਦੀਆਂ ਸੀਗੀਆਂ। ਸੋ ਨਾਈਟ ਆਪਾਂ ਪਹਿਲਾਂ ਵੀ ਪੜ੍ਹਿਆ ਨਾਈਟ, ਹੈ ਨਾ, ਕਿ ਨਾਈਟ ਕੀ ਸੀਗਾ ਕਿ ਸਭ ਤੋਂ ਉੱਚੀ ਪਦਵੀ ਕਿੰਗ ਦੀ ਆ, ਸਭ ਤੋਂ ਛੋਟਾ ਜਿਹੜਾ ਸਥਾਨ ਉਹ ਨਾਈਟ ਦਾ ਆ। ਨਾਈਟ ਦਾ ਯੂਰਪੀ ਸਮਾਜ ਦੇ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਸੀ। 9ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਲਗਾਤਾਰ ਯੁੱਧ ਚੱਲਦੇ ਰਹਿੰਦੇ ਸਨ। ਇਸ ਦੇ ਲਈ ਸਮਰਾਜ ਦੀ ਸੁਰੱਖਿਆ ਦੇ ਲਈ ਇੱਕ ਸਥਾਈ ਸੈਨਾ ਦੀ ਜ਼ਰੂਰਤ ਸੀ। ਇਸ ਜ਼ਰੂਰਤ ਨੂੰ ਨਾਈਟ ਨਾਂ ਦੇ ਇੱਕ ਨਵੇਂ ਵਰਗ ਨੇ ਪੂਰਾ ਕੀਤਾ। ਨਾਈਟ ਆਪਣੇ ਲॉर्ड ਦੇ ਨਾਲ ਉਸੇ ਤਰ੍ਹਾਂ ਸੰਬੰਧਿਤ ਸੀ ਜਿਸ ਤਰ੍ਹਾਂ ਲॉर्ड ਰਾਜੇ ਨਾਲ ਸੰਬੰਧਿਤ ਸੀ, ਠੀਕ ਹੈ। ਜਿਵੇਂ ਰਾਜੇ ਨੇ ਲॉर्ड ਨੂੰ ਰੱਖਿਆ, ਲॉर्ड ਨੇ ਅੱਗੇ ਨਾਈਟ ਨੂੰ ਰੱਖਿਆ। ਲॉर्ड ਆਪਣੀ ਵੱਡੀ ਜਗੀਰ ਦਾ ਕੁਝ ਹਿੱਸਾ ਨਾਈਟ ਨੂੰ ਦਿੰਦਾ ਸੀ। ਇਸ ਨੂੰ ਫੀਫ ਕਿਹਾ ਜਾਂਦਾ ਸੀਗਾ, ਠੀਕ ਹੈ। ਫੀਫ ਜਿਹੜਾ ਕਿ ਨਾਈਟ ਨੂੰ ਜਿਹੜਾ ਪੀਸ ਆਫ ਲੈਂਡ ਦਿੱਤਾ ਜਾਂਦਾ ਆ ਉਹਨੂੰ ਕੀ ਕਹਿੰਦੇ ਆ, ਫੀਫ ਕਿਹਾ ਜਾਂਦਾ ਆ, ਠੀਕ ਹੈ। ਸ਼ਾਰਟ ਦੇ ਵਿੱਚ ਵੀ ਪੁੱਛਿਆ ਜਾਂਦਾ ਫੀਫ ਕੀ ਹੁੰਦਾ ਆ। ਇਸ ਦਾ ਆਕਾਰ ਆਮ ਤੌਰ 'ਤੇ 1000 ਏਕੜ ਤੋਂ 2000 ਏਕੜ ਦੇ ਮੱਧ ਵਿੱਚ ਹੁੰਦਾ ਸੀ। ਕੁਝ ਫੀਫੇ 5000 ਏਕੜ ਤੱਕ ਜਿਹੜੇ ਹੁੰਦੇ ਸੀਗੇ, ਠੀਕ ਹੈ। ਕੁਝ ਜਿਹੜੇ ਆ ਉਹ 5000 ਤੱਕ ਵੀ ਆ। ਇਸ ਨੂੰ ਉੱਤਰਾਧਿਕਾਰ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਸੀ। ਹਰੇਕ ਫੀਫ ਦੇ ਵਿੱਚ ਨਾਈਟ ਦੇ ਲਈ ਘਰ, ਚਰਚ, ਪਣਚੱਕੀ, ਠੀਕ ਹੈ, ਔਰ ਵਾਈਨ ਪ੍ਰੈਸ ਅਤੇ ਕਿਸਾਨਾਂ ਦੀਆਂ ਝੌਂਪੜੀਆਂ ਆਦਿ ਦੀ ਵਿਵਸਥਾ ਹੁੰਦੀ ਸੀ। ਸੋ ਇਹ ਜਿਹੜਾ ਸੀਗਾ ਨਾਈਟ ਦੇ ਬਾਰੇ ਦੱਸਿਆ ਗਿਆ। ਨਾਈਟ ਨੂੰ ਆਪਣੀ ਫੀਫ ਦੇ ਵਿੱਚ ਵਿਆਪਕ ਅਧਿਕਾਰ ਪ੍ਰਾਪਤ ਸੀ। ਫੀਫ ਮਤਲਬ ਜਿੱਥੇ ਉਹ ਰਹਿੰਦਾ ਉਹਦੀ ਜ਼ਮੀਨ ਆ, ਉੱਥੇ ਦੀ ਗੱਲ ਕੀਤੀ ਗਈ ਆ। ਫੀਫ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਾਈਟ ਦੀ ਹੁੰਦੀ ਸੀ। ਜਿਵੇਂ ਇੱਕ ਲॉर्ड ਆਪਣੀ ਜਿਹੜਾ ਸੀਗਾ, ਠੀਕ ਆ, ਮੇਨਰ ਦੇ ਵਿੱਚ ਰਹਿੰਦਾ ਆ, ਸੇਮ ਨਾਈਟ ਵੀ ਆਪਣੀ ਫੀਫ ਦੇ ਵਿੱਚ ਜਿਹੜਾ ਰਹਿੰਦਾ ਆ ਅਤੇ ਉਹਦੇ ਕੋਲ ਵੀ ਇੱਕ ਸੈਨਾ ਹੁੰਦੀ ਸੀਗੀ। ਨਾਈਟ ਆਪਣਾ ਜ਼ਿਆਦਾ ਸਮਾਂ ਆਪਣੀ ਸੈਨਾ ਦੇ ਨਾਲ ਲੰਘਾਉਂਦਾ ਸੀਗਾ, ਠੀਕ ਹੈ, ਕਿਉਂਕਿ ਅਸੀਂ ਦੇਖਿਆ ਨਾ ਕਿ ਨਾਈਟ ਨੇ ਸੈਨਾ ਦੀ ਜਿਹੜੀ ਕਮੀ ਸੀਗੀ, ਆਰਮੀ ਦੀ ਜਿਹੜੀ ਸ਼ਾਰਟੇਜ ਸੀਗੀ ਉਹਨੂੰ ਪੂਰਾ ਕੀਤਾ ਨਾਈਟ ਨੇ, ਠੀਕ ਹੈ। ਸੋ ਨਾਈਟ ਜਿਹੜਾ ਸੀਗਾ ਮੋਸਟਲੀ ਆਪਣਾ ਟਾਈਮ ਜਿਹੜਾ ਆਪਣੀ ਆਰਮੀ ਦੇ ਨਾਲ ਸਪੈਂਡ ਕਰਦਾ, ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦਾ ਆ, ਠੀਕ ਹੈ। ਸੋ ਉਹਨਾਂ ਨੂੰ ਬਨਾਵਟੀ ਲੜਾਈਆਂ ਦੁਆਰਾ ਆਪਣੇ ਰਣ ਕੌਸ਼ਲ ਦਾ ਅਭਿਆਸ ਕਰਦਾ, ਉੱਥੇ ਪ੍ਰੈਕਟਿਸ ਵੀ ਕਰਵਾਉਂਦਾ ਆ। ਉਹ ਆਪਣੀ ਸੈਨਾ ਦੇ ਵਿੱਚ ਅਨੁਸ਼ਾਸਨ ਦੇ ਉੱਤੇ ਜ਼ੋਰ ਦਿੰਦਾ, ਠੀਕ ਹੈ। ਉਹਨਾਂ ਨੇ ਡਿਸਿਪਲਨ ਨੂੰ ਜਿਹੜੀ ਆ ਪ੍ਰੈਫਰੈਂਸ ਦਿੱਤੀ ਆ। ਉਹਨਾਂ ਨੇ ਸੈਨਾ ਦੇ ਵਿੱਚ ਦੀ ਸਫਲਤਾ ਉੱਤੇ ਲॉर्ड ਦੀ ਸਫਲਤਾ ਨਿਰਭਰ ਕਰਦੀ ਸੀ, ਠੀਕ ਹੈ। ਸੈਨਾ ਦੀ ਸਫਲਤਾ ਉੱਤੇ ਹੀ ਲॉर्ड ਦੀ ਸਫਲਤਾ, ਠੀਕ ਹੈ। ਹੁਣ ਜਿਹੜੀ ਨਾਈਟ ਦੇ ਕੋਲ ਆਰਮੀ ਆ ਉਹਦੇ 'ਤੇ ਡਿਪੈਂਡ ਆ ਲॉर्ड ਵੀ,
ਕਿਉਂਕਿ ਜ਼ਰੂਰਤ ਪੈਣ 'ਤੇ ਲਾਰਡ ਉਹਨਾਂ ਦੀ ਸੈਨਾ ਦੀ ਵਰਤੋਂ ਕਰਦਾ ਸੀ। ਜਿਵੇਂ ਲਾਰਡ ਦੀ ਆਰਮੀ ਦੀ ਵਰਤੋਂ ਕੀਤੀ ਜਾਂਦੀ ਆ ਕਿੰਗ ਦੇ ਦੁਆਰਾ, ਇਸ ਤਰ੍ਹਾਂ ਲਾਰਡ ਵੀ ਜਿਹੜਾ ਸੀਗਾ ਨਾਈਟ ਦੀ ਆਰਮੀ ਜਿਹੜੀ ਆ ਉਹਨਾਂ ਦੀ ਵਰਤੋਂ ਕਰਦਾ ਹੈ। ਖੁਸ਼ ਹੋਣ 'ਤੇ ਲਾਰਡ ਉਹਨਾਂ ਨੂੰ ਫੀਫ ਦੇ ਵਿੱਚ ਵਾਧਾ ਕਰ ਦਿੰਦਾ ਸੀ। ਫੀਫ ਕੀ ਸੀਗਾ? ਪੀਸ ਆਫ ਲੈਂਡ, ਠੀਕ ਹੈ, ਜਿਹੜਾ ਉਹਨਾਂ ਨੂੰ ਜ਼ਮੀਨ ਦਾ ਟੁਕੜਾ ਦਿੱਤਾ ਗਿਆ। ਉਹਦੇ ਵਿੱਚ ਅਗਰ ਨਾਈਟ ਬਹੁਤ ਵਧੀਆ ਕੰਮ ਕਰਦਾ ਆ ਤੇ ਉਹ ਜਿਹੜਾ ਸੀਗਾ ਉਹਨਾਂ ਦੀ ਜ਼ਮੀਨ ਨੂੰ ਵੀ ਵਧਾ ਦਿੰਦਾ ਸੀਗਾ। ਨਾਈਟ ਆਪਣੇ ਅਧੀਨ ਫੀਫ ਦੇ ਵਿੱਚ ਘਰ ਇਕੱਠਾ ਕਰਦਾ ਸੀ ਤੇ ਲੋਕਾਂ ਦੇ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ। ਠੀਕ ਹੈ, ਜਿਸ ਤਰ੍ਹਾਂ ਲਾਰਡ ਆਪਣੇ ਕਰਦਾ ਹੈ ਜਿੱਥੇ ਉਹਦੀ ਜ਼ਮੀਨ ਆ ਉੱਥੇ ਲੋਕਾਂ ਦੇ ਫੈਸਲੇ ਕਰਦਾ, ਉਸ ਤਰ੍ਹਾਂ ਨਾਈਟ ਵੀ ਆਪਣੀ ਫੀਫ ਦੇ ਵਿੱਚ ਜਿੱਥੇ ਉਹਦੀ ਜ਼ਮੀਨ ਆ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਜਿੰਨੇ ਵੀ ਡਿਸਪਿਊਟਸ ਆ ਉਹਨਾਂ ਦੇ ਜਿਹੜੇ ਆ ਫੈਸਲੇ ਉਹ ਕਰਦਾ ਆ। ਫੀਫ ਦੀ ਵਾਹੀ ਦਾ ਕੰਮ ਕ੍ਰਿਸ਼ੀ ਦਾਸਾਂ ਦੇ ਦੁਆਰਾ ਕੀਤਾ ਜਾਂਦਾ ਸੀ। ਠੀਕ ਹੈ, ਸੋ ਜਿਹੜਾ ਸੀਗਾ ਨਾਈਟ ਦੇ ਕੋਲ ਜਿਹੜੀ ਫੀਫ ਸੀਗੀ, ਜਿਹੜੀ ਜ਼ਮੀਨ ਸੀਗੀ, ਉਹਦੀ ਜਿਹੜੀ ਵਾਹੀ ਆ ਉਹ ਜਿਹੜੇ ਆ ਕਿਸਾਨ ਕਰਦੇ ਆ। ਤੇ ਨਾਈਟ ਫੀਫ ਦੇ ਬਦਲੇ ਆਪਣੇ ਲਾਰਡ ਨੂੰ ਯੁੱਧ ਵਿੱਚ ਉਸ ਦੇ ਵੱਲੋਂ ਲੜਨ ਦਾ ਵਚਨ ਦਿੰਦਾ ਸੀ। ਉਹ ਉਸ ਨੂੰ ਇੱਕ ਨਿਸ਼ਚਿਤ ਧਨ ਦੀ ਰਾਸ਼ੀ ਵੀ ਦਿੰਦਾ ਸੀ। ਗਾਇਕ ਨਾਈਟ ਦੀ ਵੀਰਤਾ ਦੀਆਂ ਕਹਾਣੀਆਂ ਲੋਕਾਂ ਨੂੰ ਗੀਤਾਂ ਦੇ ਰੂਪ ਵਿੱਚ ਸੁਣਾ ਕੇ ਉਹਨਾਂ ਦਾ ਮਨੋਰੰਜਨ ਕਰਦੇ ਸੀ। ਕਿ ਗਾਇਕ ਨਾਈਟ ਵੀ ਸੀ, ਗਾਇਕ ਨਾਈਟ ਕੀ ਕਰਦੇ ਆ ਕਿ ਵੀਰਤਾ ਭਰੀਆਂ ਕਹਾਣੀਆਂ ਲੋਕਾਂ ਨੂੰ ਸੁਣਾਉਂਦੇ ਆ ਤੇ ਉਹਨਾਂ ਦਾ ਐਂਟਰਟੇਨਮੈਂਟ ਜਿਹੜਾ ਆ ਕਰਦੇ ਸੀਗੇ। 15ਵੀਂ ਸਦੀ ਦੇ ਵਿੱਚ ਸਾਮੰਤ ਦੇ ਪਤਨ ਦੇ ਨਾਲ ਹੀ ਨਾਈਟ ਵਰਗ ਦਾ ਵੀ ਪਤਨ ਹੋ ਗਿਆ। ਠੀਕ ਹੈ, ਸੋ ਇਹ ਤਾਂ ਸੁਭਾਵਿਕ ਹੀ ਸੀਗਾ ਕਿਉਂਕਿ ਅਗਰ ਸਾਮੰਤਵਾਦ ਖਤਮ ਆ ਤੇ ਲਾਰਡ ਖਤਮ ਆ ਤੇ ਨਾਈਟ ਵੀ ਖਤਮ ਹੀ ਹੋਣਗੇ, ਹੈ ਨਾ। ਫਿਫਥ ਦੇ ਉੱਪਰ ਕ੍ਰਿਸ਼ੀ ਦਾਸ ਆ ਜਾਂਦੇ ਆ, ਸਰਫਸ ਆ ਜਾਂਦੇ ਆ। ਠੀਕ ਹੈ, ਸੋ ਯੂਰਪੀ ਸਮਾਜ ਦੇ ਵਿੱਚ ਜਿਹੜੀ ਸੀ ਜ਼ਿਆਦਾਤਰ ਸਟਰੈਂਥ ਇਹਨਾਂ ਦੀ ਸੀ, ਜ਼ਿਆਦਾ ਜਨਸੰਖਿਆ ਕ੍ਰਿਸ਼ੀ ਦਾਸਾਂ ਦੀ ਸੀ। ਠੀਕ ਹੈ, ਕ੍ਰਿਸ਼ੀ ਦਾਸ ਜਿਹੜੇ ਕਿ ਨਾਈਟ ਦੀ ਫੀਫ ਉੱਪਰ ਜਿਹੜੀ ਖੇਤੀ ਕਰਦੇ ਆ, ਨਾਈਟ ਦੀ ਜ਼ਮੀਨ ਦੇ ਉੱਪਰ ਜਿਹੜੀ ਖੇਤੀ ਕਰਦੇ ਆ, ਕਹਿੰਦੇ ਕਿ ਇਹਨਾਂ ਦਾ ਜੀਵਨ ਜਿਹੜਾ ਸੀ ਜਾਨਵਰਾਂ ਤੋਂ ਵੀ ਮਾੜਾ ਹੁੰਦਾ ਸੀ। ਉਹ ਆਪਣੇ ਲਾਰਡ ਜਾਂ ਨਾਈਟ ਦੀ ਜਗੀਰ ਦੇ ਉੱਤੇ ਕੰਮ ਕਰਦੇ ਸਨ। ਇਸ ਦੇ ਇਲਾਵਾ ਉਹਨਾਂ ਨੂੰ ਆਪਣੇ ਲਾਰਡ ਦੀ ਆਗਿਆ ਅਨੁਸਾਰ ਹੋਰ ਵੀ ਕੰਮ ਕਰਨੇ ਪੈਂਦੇ ਸੀ। ਠੀਕ ਹੈ, ਸੋ ਲਾਰਡ ਦੀ ਆਗਿਆ ਦੇ ਅੰਡਰ ਉਹਨਾਂ ਨੂੰ ਸਿਰਫ ਇਹ ਨਹੀਂ ਹੈ ਕਿ ਜ਼ਮੀਨ ਦੇ ਉੱਪਰ ਕੰਮ ਕਰਨਾ ਤੇ ਸਿਰਫ ਉਹੀ ਉਹਨਾਂ ਦਾ ਇੱਕ ਕੰਮ, ਉਹਨਾਂ ਨੂੰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਜਿਹੜੇ ਦੇ ਦਿੱਤੇ ਜਾਂਦੇ ਸੀ ਜਿਹੜੇ ਕਿ ਉਹ ਵਿਦਆਊਟ ਸੈਲਰੀ ਕਰਦੇ ਸੀ। ਠੀਕ ਆ, ਉਸ ਦੇ ਲਈ ਉਹਨਾਂ ਨੂੰ ਕੋਈ ਵੀ ਵੇਤਨ ਜਿਹੜਾ ਸੀਗਾ ਨਹੀਂ ਮਿਲਦਾ ਸੀਗਾ। ਉਹਨਾਂ ਦੇ ਉੱਪਰ ਕਈ ਪ੍ਰਕਾਰ ਦੇ ਪ੍ਰਤੀਬੰਧ ਜਿਹੜੇ ਲੱਗੇ ਹੁੰਦੇ ਸੀ, ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਪਰ ਲੱਗੀਆਂ ਹੋਈਆਂ ਸੀ। ਉਹ ਲਾਰਡ ਦੀ ਇਜਾਜ਼ਤ ਦੇ ਬਿਨਾਂ ਉਸਦੀ ਜਗੀਰ ਛੱਡ ਕੇ ਨਹੀਂ ਜਾ ਸਕਦੇ ਸੀ। ਠੀਕ ਹੈ, ਸੋ ਲਾਰਡ ਦੀ ਮਰਜ਼ੀ ਤੋਂ ਬਿਨਾਂ ਉਹ ਜ਼ਮੀਨ ਨੂੰ ਵੀ ਜਿਹੜਾ ਹੈ ਨਹੀਂ ਛੱਡ ਸਕਦੇ। ਸਾਮੰਤ ਉਹਨਾਂ ਉੱਤੇ ਬਹੁਤ ਅਤਿਆਚਾਰ ਕਰਦੇ ਸੀ। ਇਸ ਦੇ ਬਾਵਜੂਦ ਉਹ ਸਾਮੰਤਾਂ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਕਰ ਸਕਦੇ ਸਨ। ਠੀਕ ਹੈ, ਕਿਉਂਕਿ ਸਾਮੰਤ ਆਪਣੇ ਆਪ ਦੇ ਵਿੱਚ ਕਾਫੀ ਪਾਵਰਫੁਲ ਸੀਗੇ। ਸੋ ਕ੍ਰਿਸ਼ੀ ਦਾਸ ਜਿਹੜੇ ਸੀਗੇ ਇੱਕ ਗਰੀਬ ਲੋਕ ਸੀਗੇ, ਇਹਨਾਂ ਦੀ ਕੰਪਲੇਂਟ ਵੀ ਕਿਤੇ ਵੀ ਜਿਹੜੇ ਸੀ ਨਹੀਂ ਕਰ ਸਕਦੇ ਸੀਗੇ। ਸਖਤ ਮਿਹਨਤ ਦੇ ਬਾਵਜੂਦ ਵੀ ਅਕਸਰ ਭੁੱਖੇ ਰਹਿੰਦੇ ਸੀ। ਉਹਨਾਂ ਦੇ ਰਹਿਣ ਦੀਆਂ ਝੌਂਪੜੀਆਂ ਵੀ ਗੰਦੀਆਂ ਹੁੰਦੀਆਂ ਸਨ। ਉਹ ਨਾ ਮਾਤਰ ਦੇ ਹੀ ਕੱਪੜੇ ਪਾਉਂਦੇ ਸਨ। ਅਗਰ ਆਪਾਂ ਗੱਲ ਕਰੀਏ ਤਾਂ ਓਵਰਆਲ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹ ਨਰਕ ਦੇ ਬਰਾਬਰ ਸੀਗਾ। ਸੋ ਇਹ ਜਿਹੜੇ ਫੀਚਰਸ ਸੀਗੇ, ਠੀਕ ਹੈ, ਸੋ ਵਿਸ਼ੇਸ਼ਤਾਵਾਂ ਸੀਗੀਆਂ, ਉਹਦੇ ਵਿੱਚ ਸਿਰਫ ਆਪਾਂ 5 ਹੀ ਪੁਆਇੰਟ ਜਿਹੜੇ ਆ ਕਰਨੇ ਆ। ਇੱਕ ਵਾਰ ਫਿਰ ਤੋਂ ਰਿਪੀਟ ਕਰ ਲੈਂਦੇ ਆ। ਪਹਿਲਾਂ ਅਸੀਂ ਕਿੰਗ ਦੱਸਾਂਗੇ। ਠੀਕ ਹੈ, ਕਿੰਗ ਸਾਨੂੰ ਪਤਾ ਆ, ਠੀਕ ਹੈ, ਕਿ ਰਾਜ ਦੇ ਵਿੱਚ ਜਿਹੜਾ ਉਹਦਾ ਸਭ ਤੋਂ ਸਰਵਉੱਚ ਸਥਾਨ ਆ। ਠੀਕ ਹੈ, ਔਰ ਇਸ ਕਰਕੇ ਉਹਨੇ ਹੀ ਅੱਗੇ ਜਾ ਕੇ ਜਿਹੜੀ ਆਪਣੀ ਜ਼ਮੀਨ ਆ ਉਹ ਜਿਹੜੀ ਲਾਰਡ ਨੂੰ ਦਿੱਤੀ ਹੋਈ ਆ। ਸਾਮੰਤ ਆ ਗਏ ਜਿਹੜਾ ਕਿ ਲਾਰਡ ਆ। ਠੀਕ ਹੈ, ਔਰ ਲਾਰਡ ਨੇ ਅੱਗੇ ਜਾ ਕੇ ਆਪਣੀ ਜ਼ਮੀਨ ਜਿਹੜੀ ਆ ਛੋਟੇ ਸਾਮੰਤਾਂ ਨੂੰ ਔਰ ਉਸ ਤੋਂ ਅੱਗੇ ਨਾਈਟਾਂ ਨੂੰ ਦਿੱਤੀ ਹੋਈ ਆ। ਮੇਨਰ ਆ ਜਿੱਥੇ ਕਿ ਲਾਰਡ ਦਾ ਘਰ ਆ, ਉਹਦਾ ਸਾਰਾ ਏਰੀਆ ਆ। ਠੀਕ ਹੈ, ਔਰ ਨਾਈਟ ਆ ਗਿਆ। ਠੀਕ ਹੈ, ਨਾਈਟ ਜਿਹੜਾ ਕਿ ਫਿਊਡਲਿਜ਼ਮ ਦੇ ਵਿੱਚ ਜਿਹੜਾ ਸਭ ਤੋਂ ਥੱਲੇ ਵਾਲੀ ਪੋਸਟ ਉਹ ਨਾਈਟ ਦੀ ਆ। ਠੀਕ ਹੈ, ਔਰ ਨਾਈਟ ਨੂੰ ਜਿਹੜੀ ਜ਼ਮੀਨ ਮਿਲੀ ਉਹਨੂੰ ਫੀਫ ਕਿਹਾ ਜਾਂਦਾ ਆ। ਨਾਈਟ ਜਿਹੜੀ ਆ ਆਰਮੀ ਦੀ ਜਿਹੜੀ ਆ ਲੋੜ ਨੂੰ ਪੂਰਾ ਕਰਦੀ ਆ। ਉਸ ਤੋਂ ਬਾਅਦ ਕ੍ਰਿਸ਼ੀ ਦਾਸ ਆ ਜਾਂਦੇ ਆ। ਸੋ ਫੀਚਰਸ ਦੇ ਵਿੱਚ ਇੰਨਾ ਹੀ। ਉਸ ਤੋਂ ਬਾਅਦ ਜਿਹੜਾ ਆ ਅੱਗੇ ਜਾ ਕੇ ਆਉਂਦਾ ਡਿਕਲਾਈਨ ਆਫ ਫਿਊਡਲਿਜ਼ਮ, ਸਾਮੰਤਵਾਦ ਦਾ ਪਤਨ। ਹੁਣ ਸਾਮੰਤਵਾਦ ਦੇ ਪਤਨ ਦੇ ਕਾਰਨ ਕੀ ਆ? ਠੀਕ ਹੈ, ਡਿਕਲਾਈਨ ਆਫ ਫਿਊਡਲਿਜ਼ਮ, ਸਾਮੰਤਵਾਦ ਦਾ ਪਤਨ। ਸਭ ਤੋਂ ਪਹਿਲਾ ਕਾਰਨ ਜਿਹੜਾ ਹੈ ਪਿਟੀਏਬਲ ਕੰਡੀਸ਼ਨ ਆਫ ਦ ਪੀਪਲ, ਲੋਕਾਂ ਦੀ ਤਰਸਯੋਗ ਹਾਲਤ। ਸੈਕਿੰਡ, ਇੰਪੈਕਟ ਆਫ ਕਰੂਸੇਡਸ, ਠੀਕ ਹੈ, ਧਰਮ ਯੁੱਧਾਂ ਦਾ ਪ੍ਰਭਾਵ। ਥਰਡ ਨੰਬਰ 'ਤੇ ਆ ਰਾਈਸ ਆਫ ਨੈਸ਼ਨ ਸਟੇਟਸ, ਠੀਕ ਹੈ, ਰਾਸ਼ਟਰੀ ਰਾਜਾਂ ਦਾ ਉਥਾਨ। ਚੌਥੇ ਨੰਬਰ ਦੇ ਉੱਪਰ ਪੀਸੈਂਟ ਰਿਵੋਲਟਸ, ਕਿਸਾਨਾਂ ਦਾ ਵਿਦਰੋਹ। ਫਿਫਥ, ਰਾਈਸ ਆਫ ਦ ਮਿਡਲ ਕਲਾਸ, ਮਰਚੈਂਟ ਦਾ ਉਥਾਨ।
ਉਸ ਤੋਂ ਬਾਅਦ 6 ਨੰਬਰ ਤੇ ਆ ਮਿਊਚੁਅਲ ਫਾਈਟਿੰਗ ਆਫ ਦਾ ਫਿਊਡਲ ਲॉर्ड्स, ਠੀਕ ਹੈ, ਸਮੰਤਾ ਦੇ ਆਪਸੀ ਝਗੜੇ। 7 ਤੇ ਰਾਈਜ਼ ਆਫ ਟਾਊਨ, ਨਗਰਾਂ ਦਾ ਉਥਾਨ। ਔਰ 8 ਦੇ ਉੱਪਰ ਆ ਸਰਕੂਲੇਸ਼ਨ ਆਫ ਮਨੀ, ਠੀਕ ਹੈ, ਮੁਦਰਾ ਦਾ ਪ੍ਰਚਲਨ। ਸੋ ਸਾਮੰਤਵਾਦੀ ਪ੍ਰਥਾ ਜਿਹੜੀ ਸੀ 9ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਜਿਹੜੀ ਕਾਫੀ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਰਹਿੰਦੀ ਹੈ, ਲੇਕਿਨ ਬਾਅਦ ਦੇ ਵਿੱਚ ਇਹਦਾ ਪਤਨ ਸਟਾਰਟ ਹੋ ਜਾਂਦਾ। ਸਭ ਤੋਂ ਪਹਿਲਾਂ ਪੁਆਇੰਟ ਜਿਹੜਾ ਪਿਟੀਏਬਲ ਕੰਡੀਸ਼ਨ ਆਫ ਦਾ ਪੀਪਲ, ਠੀਕ ਹੈ, ਲੋਕਾਂ ਦੀ ਤਰਸਯੋਗ ਹਾਲਤ। ਸਾਮੰਤਾਂ ਦੇ ਅਧੀਨ ਜਿਹੜੇ ਲੋਕ ਸੀਗੇ, ਜ਼ਿਆਦਾਤਰ ਜਿਹੜੇ ਕਿ ਕਿਸਾਨ ਸੀਗੇ ਨਾ, ਉਹਨਾਂ ਦੀ ਹਾਲਤ ਕਾਫੀ ਤਰਸਯੋਗ ਸੀ, ਠੀਕ ਹੈ, ਕਿਉਂਕਿ ਜਿਹੜੇ ਸਾਮੰਤ ਸੀਗੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਸੀ ਅਤਿਆਚਾਰ ਕਰਦੇ ਸੀਗੇ। ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਸੀਗੇ ਔਰ ਇਹਨਾਂ ਸਾਮੰਤਾਂ ਦੇ ਵਿਰੁੱਧ ਕੋਈ ਵੀ ਕਿਸਾਨ ਆ ਜਾਂ ਕੋਈ ਹੋਰ ਲੋਕ ਆ ਜਿਹੜੇ ਇਹਨਾਂ ਦੇ ਵਿਰੁੱਧ ਕਿਤੇ ਵੀ ਅਪੀਲ ਜਿਹੜੀ ਹੈ, ਸ਼ਿਕਾਇਤ ਜਿਹੜੀ ਇਹਨਾਂ ਦੀ ਨਹੀਂ ਕਰ ਸਕਦੇ ਸੀਗੇ। ਔਰ ਸਾਮੰਤ ਜਿਹੜੇ ਸੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਸੀਗਾ ਇਹਨਾਂ ਦੇ ਨਾਲ ਨਿਆਂ ਕਰਦੇ ਸੀ, ਆਪਣੀਆਂ ਅਦਾਲਤਾਂ ਜਦੋਂ ਲਗਾਉਂਦੇ ਸੀ ਆਪਣੀ ਮਰਜ਼ੀ ਨਾਲ ਨਿਆਂ ਕਰਦੇ ਸੀਗੇ। ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੀਗਾ ਨਿਆਂ ਜਿਹੜਾ ਨਹੀਂ ਮਿਲਦਾ ਸੀਗਾ, ਲੇਕਿਨ ਸਾਮੰਤਾਂ ਦੇ ਫੈਸਲੇ ਨੂੰ ਉਹਨਾਂ ਨੂੰ ਅੰਤਿਮ ਮੰਨਣਾ ਪੈਂਦਾ ਸੀਗਾ। ਇਸ ਤੋਂ ਇਲਾਵਾ ਲੋਕਾਂ ਨੂੰ ਸਾਮੰਤਾਂ ਨੂੰ ਕਈ ਪ੍ਰਕਾਰ ਦੇ ਜਿਹੜੇ ਕਰ ਵੀ ਦੇਣੇ ਪੈਂਦੇ ਸੀ, ਕਿਉਂਕਿ ਇਹਨਾਂ ਦੇ ਦੁਆਰਾ ਇਹਨਾਂ ਨੂੰ ਕਾਫੀ ਮਜਬੂਰ ਕੀਤਾ ਜਾਂਦਾ ਸੀ ਟੈਕਸ ਦੇਣ ਦੇ ਲਈ, ਜਿਹਦੇ ਕਰਕੇ ਲੋਕ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ 2 ਟਾਈਮ ਦੀ ਰੋਟੀ ਜਿਹੜੀ ਸੀ ਕਿ ਨਹੀਂ ਮਿਲਦੀ ਸੀਗੀ। ਇਹ ਲੋਕ ਇੰਨਾ ਖੂਨ ਪਸੀਨਾ ਜਿਹੜਾ ਸੀਗਾ ਬਹਾਉਂਦੇ ਸੀਗੇ, ਬਦਲੇ ਦੇ ਵਿੱਚ ਇਹਨਾਂ ਨੂੰ 2 ਟਾਈਮ ਦੀ ਰੋਟੀ ਵੀ ਨਹੀਂ ਮਿਲਦੀ। ਔਰ ਉਸ ਦੇ ਉਲਟ ਜਿਹੜੇ ਸੀਗੇ ਸਾਮੰਤ ਜਿਹੜੇ ਸੀਗੇ ਉਹ ਬੜੀ ਸ਼ਾਨੋ ਸ਼ੌਕਤ ਵਾਲਾ ਜੀਵਨ ਜਿਹੜਾ ਸੀਗਾ ਬਤੀਤ ਕਰਦੇ ਸੀਗੇ। ਔਰ ਇਹਨਾਂ ਲੋਕਾਂ ਦੇ ਵਿੱਚ ਇੰਨਾ ਗੁੱਸਾ ਵੱਧ ਜਾਂਦਾ ਆ ਕਿ ਇਹਨਾਂ ਲੋਕਾਂ ਦੇ ਇੱਕ ਟਾਈਮ ਆਉਂਦਾ ਆ ਕਿ ਇਹ ਜਿਹੜਾ ਲੋਕਾਂ ਨੂੰ ਜਿਹੜਾ ਇਹਨਾਂ ਨੇ ਇੰਨਾ ਤੰਗ ਪਰੇਸ਼ਾਨ ਕੀਤਾ ਸੀਗਾ ਉਹ ਸਾਮੰਤਾਂ ਦੇ ਪਤਨ ਦਾ ਇੱਕ ਕਾਰਨ ਜਿਹੜਾ ਹੈ ਬਣ ਜਾਂਦਾ ਆ। ਉਸ ਤੋਂ ਬਾਅਦ ਧਰਮ ਯੁੱਧਾਂ ਦਾ ਪ੍ਰਭਾਵ, ਇੰਪੈਕਟ ਆਫ ਕਰੂਸੇਡਸ, ਠੀਕ ਹੈ। ਸੋ ਕਿ 11ਵੀਂ ਤੋਂ ਲੈ ਕੇ 13ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਯੂਰਪ ਦੇ ਵਿੱਚ ਈਸਾਈਆਂ ਅਤੇ ਮੱਧ ਏਸ਼ੀਆ ਦੇ ਮੁਸਲਮਾਨਾਂ ਦੇ ਵਿੱਚ ਕਾਫੀ ਜਿਹੜੇ ਯੁੱਧ ਹੁੰਦੇ ਆ। ਉਹਨੇ ਯਰੂਸ਼ਲਮ ਨੂੰ ਲੈ ਕੇ ਜਿਹੜਾ ਸੀਗਾ ਆਪਸ ਦੇ ਵਿੱਚ ਕਾਫੀ ਯੁੱਧ ਕੀਤੇ ਔਰ ਇਹਨੂੰ ਜਿਹੜਾ ਧਰਮ ਯੁੱਧ ਕਿਹਾ ਗਿਆ। ਕਰੂਸੇਡਸ ਜਿਹੜਾ ਇਹਨਾਂ ਨੂੰ ਧਰਮ ਯੁੱਧ ਕਿਹਾ ਗਿਆ ਸੀਗਾ। ਔਰ ਇਹਨਾਂ ਧਰਮ ਯੁੱਧਾਂ ਦੇ ਵਿੱਚ ਪੋਪ ਦੀ ਜਿਹੜੀ ਸੀਗੀ ਅਪੀਲ ਦੇ ਉੱਤੇ ਵੱਡੀ ਗਿਣਤੀ ਵਿੱਚ ਸਾਮੰਤ ਅਤੇ ਉਹਨਾਂ ਦੇ ਸੈਨਿਕ ਵੀ ਜਿਹੜੇ ਸੀਗੇ ਸ਼ਾਮਿਲ ਹੋਏ ਸੀਗੇ। ਸੋ ਕਾਫੀ ਲੌਂਗ ਟਾਈਮ ਤੱਕ ਇਹ ਜਿਹੜਾ ਯੁੱਧ ਚੱਲਦਾ ਹੈ ਔਰ ਇਸ ਯੁੱਧ ਦੇ ਵਿੱਚ ਬਹੁਤ ਸਾਰੇ ਸਾਮੰਤ ਮਾਰੇ ਜਾਂਦੇ ਆ, ਬਹੁਤ ਸਾਰੇ ਜਿਹੜੇ ਸੈਨਿਕ ਇਹਨਾਂ ਦੇ ਆ ਉਹ ਵੀ ਮਾਰੇ ਜਾਂਦੇ ਆ। ਔਰ ਇਹਨਾਂ ਦੇ ਨਾਲ ਕੀ ਹੋਇਆ ਸੀਗਾ ਕਿ ਸਾਮੰਤਾਂ ਦੀ ਸ਼ਕਤੀ ਨੂੰ ਕਾਫੀ ਡੂੰਘੀ ਸੱਟ ਵੱਜੀ ਸੀਗੀ, ਠੀਕ ਹੈ। ਔਰ ਇਸ ਟਾਈਮ ਦਾ ਮੌਕੇ ਦਾ ਜਿਹੜਾ ਸੀਗਾ ਫਾਇਦਾ ਬਾਕੀ ਰਾਜਿਆਂ ਨੇ ਉਠਾਇਆ ਅਤੇ ਉਹਨਾਂ ਨੇ ਜਿਹੜੇ ਸੀਗੇ ਬਾਕੀ ਦੇ ਬੱਚੇ ਜਿਹੜੇ ਸੀਗੇ ਸਾਮੰਤ ਉਹਨਾਂ ਨੂੰ ਵੀ ਖਤਮ ਕਰਨਾ ਸਟਾਰਟ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਰਾਈਸ ਆਫ ਨੇਸ਼ਨ ਸਟੇਟਸ, ਠੀਕ ਹੈ। ਸੋ ਰਾਸ਼ਟਰੀ ਰਾਜਾਂ ਦਾ ਉੱਭਰਨਾ। ਅਸੀਂ ਦੇਖਿਆ ਕਿ ਸਟਾਰਟਿੰਗ ਦੇ ਵਿੱਚ ਕੀ ਸੀਗਾ ਕਿ ਸਾਮੰਤਵਾਦੀ ਪ੍ਰਥਾ ਸੀਗੀ, ਹੈ ਨਾ, ਅਤੇ ਸਾਮੰਤਵਾਦੀ ਪ੍ਰਥਾ ਸੀਗੀ। ਇਹਨਾਂ ਨੇ ਰਾਜੇ ਦੇ ਕੋਲੋਂ ਜ਼ਮੀਨਾਂ ਲਈਆਂ ਸੀਗੀਆਂ, ਕਾਫੀ ਸਟਰੋਂਗ ਹੋ ਗਏ ਸੀ। ਰਾਜੇ ਨੂੰ ਮੰਨਣਾ ਵੀ ਜਿਹੜਾ ਸੀਗਾ ਇਹਨਾਂ ਨੇ ਰਾਜੇ ਦੇ ਹੁਕਮਾਂ ਨੂੰ ਮੰਨਣਾ ਵੀ ਬੰਦ ਕਰ ਦਿੱਤਾ ਸੀਗਾ। ਸੋ ਇਸ ਤੋਂ ਬਾਅਦ ਕੀ ਹੋਇਆ ਕਿ 15ਵੀਂ ਸਦੀ ਦੇ ਅੰਤ ਦੇ ਵਿੱਚ ਕੀ ਹੁੰਦਾ ਹੈ ਕਿ ਰਾਸ਼ਟਰੀ ਰਾਜਾਂ ਦੀ ਜਿਹੜੀ ਸਥਾਪਨਾ ਹੁੰਦੀ ਆ, ਠੀਕ ਹੈ। ਔਰ ਅਤੇ ਜਿਹੜੇ ਸੀਗੇ ਰਾਸ਼ਟਰੀ ਰਾਜਾਂ ਦੇ ਜਿਹੜੇ ਨਵੇਂ ਰਾਜੇ ਬਣ ਰਹੇ ਸੀਗੇ ਇਹਨਾਂ ਦੇ ਜਿਹੜੇ ਸੀ ਕਾਫੀ ਸ਼ਕਤੀਸ਼ਾਲੀ ਹੁੰਦੇ ਸੀਗੇ ਕਿਉਂਕਿ ਇਹਨਾਂ ਦੇ ਕੋਲ ਇੱਕ ਜਿਹੜੀ ਸੀਗੀ ਪਾਵਰਫੁਲ ਅਤੇ ਮਾਡਰਨ ਆਰਮੀ ਸੀਗੀ, ਠੀਕ ਹੈ। ਔਰ ਇਹਨਾਂ ਦੇ ਕੋਲ ਸ਼ਕਤੀਸ਼ਾਲੀ ਦੀ ਆਧੁਨਿਕ ਸੈਨਾ ਸੀਗੀ ਔਰ ਇਹਨਾਂ ਦੇ ਕੋਲ ਵੈਪਨਸ ਵੀ ਸੀ ਜਿਹਦੇ ਵਿੱਚ ਤੋਪ, ਗੋਲਾ ਬਾਰੂਦ ਇਹਨਾਂ ਦੇ ਕੋਲ ਸਾਰਾ ਕੁਛ ਅਵੇਲੇਬਲ ਸੀਗਾ। ਔਰ ਦੂਸਰੇ ਪਾਸੇ ਜੇ ਜਿਹੜਾ ਸੀਗਾ ਫਿਊਡਲ ਲॉर्ड्स ਦੀ ਗੱਲ ਕਰੀਏ, ਹੈ ਨਾ, ਸਾਮੰਤਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲ ਜਿਹੜੀ ਆਰਮੀ ਸੀਗੀ ਉਹ ਅਤੇ ਆਰਮੀ ਦੇ ਜਿਹੜੇ ਸੀਗੇ ਲੜਾਈ ਦੇ ਜਿਹੜੇ ਢੰਗ ਸੀਗੇ ਉਹ ਪੁਰਾਣੇ ਸੀਗੇ, ਠੀਕ ਹੈ। ਇਸ ਤਰ੍ਹਾਂ ਨਵੇਂ ਰਾਜਿਆਂ ਨੇ ਜਿਹੜਾ ਸੀਗਾ ਸਾਮੰਤਾਂ ਦੀ ਸ਼ਕਤੀ ਨੂੰ ਕੁਚਲਣ ਦੇ ਵਿੱਚ ਵਿਸ਼ੇਸ਼ ਕਠਿਨਾਈ ਦਾ ਉਹਨਾਂ ਨੂੰ ਜਿਹੜਾ ਸਾਹਮਣਾ ਨਹੀਂ ਕਰਨਾ ਪਿਆ ਸੀ। ਉਹਨੇ ਈਜ਼ਲੀ ਜਿਹੜਾ ਸੀਗਾ ਇਹ ਸਾਮੰਤਾਂ ਨੂੰ ਜਿਹੜਾ ਸੀਗਾ ਕੁਚਲ ਦਿੱਤਾ ਸੀਗਾ, ਇਹਨਾਂ ਨੂੰ ਖਤਮ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਪੀਸੈਂਟਸ ਰਿਵੋਲਟ, ਠੀਕ ਹੈ। ਆਪਾਂ ਦੇਖਿਆ ਕਿ ਪੀਸੈਂਟਸ ਕਿੰਨੇ ਪਰੇਸ਼ਾਨ ਆ ਸਾਮੰਤਾਂ ਤੋਂ, ਠੀਕ ਹੈ। ਔਰ 14ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਹੋਏ ਕਿਸਾਨ ਵਿਦਰੋਹਾਂ ਨੇ ਸਾਮੰਤਵਾਦੀ ਪ੍ਰਥਾ ਦੇ ਪਤਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਠੀਕ ਹੈ। 1347 ਤੋਂ ਲੈ ਕੇ 1350 ਦੇ ਦੌਰਾਨ ਕੀ ਹੋਇਆ ਕਿ ਯੂਰਪ ਦੇ ਵਿੱਚ ਬਿਊਬੋਨਿਕ ਨਾਂ ਦੀ ਇੱਕ ਪਲੇਗ ਫੈਲ ਜਾਂਦੀ ਜਿਹਨੂੰ ਕਾਲੀ ਮੌਤ ਕਿਹਾ ਜਾਂਦਾ ਆ। ਤਾਂ ਇਹਦੇ ਚੱਲਦਿਆਂ ਯੂਰਪ ਦੇ ਵਿੱਚ ਬਹੁਤ ਸਾਰੀ ਜਨਸੰਖਿਆ ਜਿਹੜੀ ਮਾਰੀ ਜਾਂਦੀ ਆ, ਜਿਹਦੇ ਵਿੱਚ ਜ਼ਿਆਦਾ ਗਿਣਤੀ ਕਿਸਾਨਾਂ ਦੀ ਸੀ। ਹੁਣ ਜਿਹੜੇ ਕਿਸਾਨ ਬਚੇ ਸੀਗੇ ਉਹਨਾਂ ਨੇ ਸਾਮੰਤਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹਨਾਂ ਦੀ ਮਜ਼ਦੂਰੀ ਜਿਹੜੀ ਹੈ ਵਧਾ ਦੇਣ, ਪਰ ਸਾਮੰਤਾਂ ਨੇ ਜਿਹੜਾ ਸੀਗਾ ਉਹਨਾਂ ਦੀ ਕਿਸੇ ਵੀ ਡਿਮਾਂਡ ਨੂੰ ਜਿਹੜਾ ਨਹੀਂ ਮੰਨਿਆ ਅਤੇ ਉਹ ਪਹਿਲਾਂ ਵਾਂਗ ਹੀ ਕਿਸਾਨਾਂ ਦਾ ਸ਼ੋਸ਼ਣ ਕਰਦੇ ਰਹੇ।
ਇਸ ਕਰਕੇ ਜਿਹੜਾ ਸੀਗਾ ਮਜਬੂਰ ਹੋ ਕੇ ਯੂਰਪ ਦੇ ਜਿਹੜੇ ਸੀਗੇ ਅਨੇਕਾਂ ਕਿਸਾਨ ਉਹਨਾਂ ਨੇ ਕੀ ਕੀਤਾ ਸੀਗਾ ਕਿ ਵਿਦਰੋਹ ਕਰਤਾ ਸੀ, ਰਿਵੋਲਟ ਕਰ ਦਿੱਤਾ ਸੀਗਾ। ਔਰ ਜਿਵੇਂ ਕਿ 1358 ਦੇ ਵਿੱਚ ਫਰਾਂਸ ਦੇ ਕਿਸਾਨਾਂ ਨੇ ਜਿਹੜਾ ਸੀ ਵਿਦਰੋਹ ਕੀਤਾ, ਜਿਸ ਨੂੰ ਕਿ ਜੈਕਰੀ ਵਿਦਰੋਹ ਕਿਹਾ ਜਾਂਦਾ ਆ। 1381 ਵਿੱਚ ਇੰਗਲੈਂਡ ਦਾ ਵਿਦਰੋਹ ਵੀ ਵਰਣਨਯੋਗ ਆ। ਇੰਗਲੈਂਡ ਵਿੱਚ ਕਿਸਾਨਾਂ ਨੇ ਵਾਰਡ ਟਾਇਲਰ ਦੀ ਅਗਵਾਈ ਵਿੱਚ ਵਿਦਰੋਹ ਕਰ ਦਿੱਤਾ ਸੀਗਾ। ਭਾਵੇਂ ਇਹ ਵਿਦਰੋਹ ਜਿਹੜੇ ਸੀਗੇ ਬਾਅਦ ਵਿੱਚ ਦਬਾ ਲਏ ਗਏ ਸੀਗੇ, ਪਰ ਇਹਦੇ ਨਾਲ ਕਿਸਾਨਾਂ ਦੇ ਵਿੱਚ ਕਾਫੀ ਅਵੇਅਰਨੈਸ ਆ ਜਾਂਦੀ ਆ, ਠੀਕ ਹੈ। ਅਤੇ ਉਹਨਾਂ ਨੇ ਕੀ ਕੀਤਾ ਸੀ ਕਿ ਸਮੰਤਾ ਦੇ ਜ਼ੁਲਮਾਂ ਨੂੰ ਮੰਨਣ ਜਾਂ ਸਹਿਣ ਤੋਂ ਹੀ ਇਨਕਾਰ ਕਰਨਾ ਸਟਾਰਟ ਕਰ ਦਿੱਤਾ ਸੀਗਾ। ਉਸ ਟਾਈਮ ਉਹ ਕਹਿ ਦਿੰਦੇ ਸੀਗੇ ਕਿ ਇਹ ਗੱਲ ਜਿਹੜੀ ਆ ਜਾਂ ਇਹ ਜਿਹੜਾ ਗਲਤ ਆ। ਸੋ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀਗਾ ਉਹਨਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਜਾਂਦੀ ਆ, ਅਤੇ ਜਿਹਦੇ ਕਰਕੇ ਸਮੰਤਾ ਦੀ ਜਿਹੜੀ ਸ਼ਕਤੀ ਆ ਉਹਨੂੰ ਕਾਫੀ ਜਿਹੜਾ ਧੱਕਾ ਲੱਗਦਾ ਆ। ਉਸ ਤੋਂ ਬਾਅਦ ਰਾਈਜ਼ ਆਫ ਦ ਮਿਡਲ ਕਲਾਸ, ਠੀਕ ਹੈ। 15 ਔਰ 16 ਸੈਂਚੁਰੀ ਦੇ ਵਿੱਚ ਕੀ ਹੋਇਆ ਕਿ ਮੱਧ ਸ਼੍ਰੇਣੀ ਦਾ ਜਿਹੜਾ ਉਥਾਨ ਹੋਇਆ, ਨਵੀਂ ਮਿਡਲ ਕਲਾਸ ਆਈ ਆ, ਜਿਹਦੇ ਵਿੱਚ ਵਪਾਰੀ, ਉਦਯੋਗਪਤੀ ਅਤੇ ਪੂੰਜੀਪਤੀ ਲੋਕ ਸ਼ਾਮਿਲ ਆ। ਇਸ ਕਾਲ ਦੇ ਵਿੱਚ ਯੂਰਪ ਦੇ ਵਿੱਚ ਵਪਾਰ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਹੋ ਰਹੀ ਸੀ। ਇਸ ਦਾ ਕਾਰਨ ਸਮਾਜ ਦੀ ਮੱਧ ਸ਼੍ਰੇਣੀ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ, ਠੀਕ ਹੈ। ਔਰ ਇਸ ਸ਼੍ਰੇਣੀ ਨੇ ਸਮੰਤਾ ਦੁਆਰਾ ਕੀਤੇ ਜਾ ਰਹੇ ਅਤਿਆਚਾਰਾਂ ਦਾ ਅੰਤ ਕਰਨ ਦੇ ਲਈ ਸ਼ਾਸਕਾਂ ਨਾਲ ਸਹਿਯੋਗ ਕੀਤਾ। ਸ਼ਾਸਕ ਜਿਹੜੇ ਕਿ ਪਹਿਲਾਂ ਤੋਂ ਹੀ ਜਿਹੜੇ ਸਮੰਤਾ ਤੋਂ ਬਹੁਤ ਪਰੇਸ਼ਾਨ ਸੀਗੇ, ਇਸ ਦੇ ਲਈ ਉਹਨਾਂ ਨੇ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਰਾਜ ਦੇ ਉੱਚ ਪਦਾਂ ਉੱਤੇ ਨਿਯੁਕਤ ਕਰਨਾ ਆਰੰਭ ਕੀਤਾ, ਠੀਕ ਹੈ। ਪਹਿਲਾਂ ਕਿੰਗ ਕੀ ਕਰਦੇ ਸੀਗੇ, ਇਹਨਾਂ ਸਰਦਾਰਾਂ ਨੂੰ, ਸਮੰਤਾ ਨੂੰ ਜਿਹੜੇ ਵਿਸ਼ੇਸ਼ ਅਧਿਕਾਰ ਦਿੰਦੇ ਸੀਗੇ। ਹੁਣ ਉਹਨਾਂ ਨੇ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਜਿਹੜਾ ਆ ਉੱਚ ਪਦਾਂ ਦੇ ਉੱਪਰ ਜਿਹੜਾ ਸੀਗਾ ਨਿਯੁਕਤ ਕਰਨਾ ਸਟਾਰਟ ਕੀਤਾ। ਮੱਧ ਸ਼੍ਰੇਣੀ ਦੁਆਰਾ ਦਿੱਤੇ ਗਏ ਆਰਥਿਕ ਸਹਿਯੋਗ ਦੇ ਕਾਰਨ ਹੀ ਜਿਹੜੇ ਸ਼ਾਸਕ ਆ ਆਪਣੀ ਸਥਾਈ ਅਤੇ ਸ਼ਕਤੀਸ਼ਾਲੀ ਸੈਨਾ ਦਾ ਗਠਨ ਕਰ ਸਕੇ, ਠੀਕ ਹੈ। ਸੋ ਹੁਣ ਮੱਧ ਸ਼੍ਰੇਣੀ ਦੀ ਸਪੋਰਟ ਦੇ ਨਾਲ ਕੀ ਕੀਤਾ ਕਿ ਜਿਹੜੇ ਉਹ ਕਿੰਗ ਸੀਗੇ ਉਹਨਾਂ ਨੇ ਆਪਣੀ ਇੱਕ ਪਰਮਾਨੈਂਟ ਔਰ ਜਿਹੜੀ ਪਾਵਰਫੁਲ ਆਰਮੀ ਜਿਹੜੀ ਆ ਉਹਨੂੰ ਬਣਾਇਆ, ਔਰ ਇਸ ਨਾਲ ਸਮੰਤਾ ਦੀ ਸ਼ਕਤੀ ਨੂੰ ਇੱਕ ਭਾਰੀ ਸੱਟ ਵੱਜਦੀ ਆ। ਸਮੰਤਾ ਦੇ ਆਪਸੀ ਝਗੜੇ, ਮਿਊਚੁਅਲ ਫਾਈਟਿੰਗਸ ਆਫ ਦਾ ਫਿਊਡਲ ਲਾਰਡਸ। ਮੱਧਕਾਲ ਦੇ ਵਿੱਚ ਕੀ ਹੋਇਆ ਕਿ ਸਾਮੰਤਵਾਦ ਦਾ ਬੋਲਬਾਲਾ ਸੀਗਾ। ਉਸ ਸਮੇਂ ਸਾਮੰਤ ਕਾਫੀ ਜਿਹੜੇ ਸ਼ਕਤੀਸ਼ਾਲੀ ਸੀਗੇ, ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਜਗੀਰਾਂ ਹੁੰਦੀਆਂ ਸੀ ਔਰ ਪੈਸੇ ਦੀ ਵੀ ਕੋਈ ਵੀ ਕਮੀ ਨਹੀਂ ਸੀਗੀ। ਕਾਫੀ ਲਗਜ਼ਰੀ ਲਾਈਫ ਜਿਹੜੀ ਸਪੈਂਡ ਕਰਦੇ ਸੀਗੇ ਇਹ ਲੋਕ। ਲੇਕਿਨ ਨਾਲ ਦੇ ਨਾਲ ਕੀ ਸੀਗਾ ਕਿ ਇਹਨਾਂ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਈਗੋ ਸੀ, ਆਪਸ ਦੇ ਵਿੱਚ ਜਿਹੜੀ ਸੀ ਈਰਖਾ ਕਾਫੀ ਸੀ, ਇੱਕ ਦੂਜੇ ਨੂੰ ਜਿਹੜਾ ਸੀਗਾ ਨੀਵਾਂ ਦਿਖਾ ਕੇ ਖੁਸ਼ ਹੁੰਦੇ ਸੀਗੇ। ਔਰ ਹਮੇਸ਼ਾ ਹੀ ਆਪਸ ਦੇ ਵਿੱਚ ਜਿਹੜੇ ਸਾਮੰਤ ਸੀਗੇ, ਫਿਊਡਲ ਲਾਰਡਸ ਜਿਹੜੇ ਸੀਗੇ, ਆਪਸ ਦੇ ਵਿੱਚ ਹੀ ਜਿਹੜਾ ਲੜਦੇ ਰਹਿੰਦੇ ਸੀਗੇ। ਇਹਨਾਂ ਲੜਾਈਆਂ ਝਗੜਿਆਂ ਦਾ ਜਿਹੜਾ ਕਾਰਨ ਸੀਗਾ ਉਹਨਾਂ ਦੇ ਜਿਹੜੀ ਇਹਨਾਂ ਨੂੰ ਲੈਂਡ ਮਿਲੀ ਹੋਈ ਸੀ, ਜਗੀਰਾਂ ਮਿਲੀਆਂ ਹੋਈਆਂ ਸੀਗੀਆਂ, ਹੈ ਨਾ, ਉਹਨਾਂ ਦੇ ਹੱਦਾਂ ਸੰਬੰਧੀ ਜਾਂ ਲੁੱਟਮਾਰ ਦਾ ਲਾਲਚ ਜਾਂ ਪਰਿਵਾਰਿਕ ਝਗੜੇ ਸਾਰੇ ਜ਼ਿੰਮੇਵਾਰ ਸੀਗੇ। ਪਰ ਇਹਨਾਂ ਦੀਆਂ ਆਪਸੀ ਲੜਾਈਆਂ ਨੇ ਹੀ ਇਹਨਾਂ ਨੂੰ ਜਿਹੜਾ ਸੀਗਾ ਕਮਜ਼ੋਰ ਕਰ ਦਿੱਤਾ ਸੀਗਾ ਅਤੇ ਪਤਨ ਵੱਲ ਅੱਗੇ ਵੱਧ ਜਾਂਦੇ ਆ। ਰਾਈਜ਼ ਆਫ ਟਾਊਨ, ਠੀਕ ਹੈ। 15 ਸੈਂਚੁਰੀ ਦੇ ਵਿੱਚ ਕੀ ਹੋਇਆ ਕਿ ਨਵੇਂ ਜਿਹੜੇ ਆ ਟਾਊਨ ਦੇਖਣ ਨੂੰ ਮਿਲਦੇ ਆ, ਨਵੇਂ ਸ਼ਹਿਰ ਜਿਹੜੇ ਆ ਨਵੇਂ ਨਗਰ ਬਣਦੇ ਆ, ਜਿਵੇਂ ਵੈਨਿਸ, ਜਨੇਵਾ, ਫਲੋਰਿਸ, ਪੈਰਿਸ, ਲੰਡਨ, ਫਰੈਂਕਫਰਟ, ਐਮਸਟਰਡਮ ਅਤੇ ਮਿਲਾਨ, ਠੀਕ ਹੈ। ਸੋ ਇੱਦਾਂ ਦੇ ਸ਼ਹਿਰ ਜਿਹੜੇ ਆ ਨਵੇਂ ਬਣਦੇ ਆ ਔਰ ਇਹ ਨਗਰ ਜਲਦੀ ਹੀ ਵਪਾਰ ਅਤੇ ਉਦਯੋਗ ਦਾ ਕੇਂਦਰ ਬਣ ਜਾਂਦੇ ਆ। ਔਰ ਇਹਨਾਂ ਨਗਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਸੀ, ਉਹਨਾਂ ਨੂੰ ਪੂਰੀ ਤਰ੍ਹਾਂ ਸੁਤੰਤਰਤਾ ਸੀ। ਉਹਨਾਂ ਨੂੰ ਘੁੰਮਣ ਫਿਰਨ ਦੀ, ਰਹਿਣ ਸਹਿਣ ਦੀ, ਆਪਣੀ ਮਰਜ਼ੀ ਨਾਲ ਜੀਵਨ ਜਿਉਣ ਦੀ ਜਿਹੜੀ ਸੀ ਸੁਤੰਤਰਤਾ ਸੀ। ਇਸ ਕਰਕੇ ਜਿਹੜੇ ਲੋਕ ਸਾਮੰਤਾਂ ਤੋਂ ਪਰੇਸ਼ਾਨ ਸੀਗੇ, ਮੋਸਟਲੀ ਜਿਹੜੇ ਕ੍ਰਿਸ਼ੀ ਦਾਸ ਸੀਗੇ, ਠੀਕ ਹੈ, ਉਹਨਾਂ ਨੇ ਕੀ ਕੀਤਾ ਕਿ ਇਹਨਾਂ ਸਾਮੰਤਾਂ ਤੋਂ ਬਚਣ ਦੇ ਲਈ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਾਂਦੇ ਆ, ਇਹਨਾਂ ਨਗਰਾਂ ਦੇ ਵਿੱਚ ਆ ਜਾਂਦੇ ਆ। ਇੱਥੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਚੰਗੇ ਮੌਕੇ ਪ੍ਰਾਪਤ ਸੀ, ਇਸ ਲਈ ਲੋਕ ਜਿਹੜੇ ਸੀਗੇ ਇੱਥੇ ਆ ਕੇ ਬਸ ਜਾਂਦੇ ਆ। ਇਸ ਦੇ ਨਾਲ ਵੀ ਸਾਮੰਤਵਾਦ ਨੂੰ ਡੂੰਘੀ ਜਿਹੜੀ ਆ ਸੱਟ ਲੱਗਦੀ ਆ। ਉਸ ਤੋਂ ਬਾਅਦ ਸਰਕੂਲੇਸ਼ਨ ਆਫ ਮਨੀ, ਠੀਕ ਹੈ, ਮੁਦਰਾ ਦਾ ਪ੍ਰਚਲਨ। ਸਾਮੰਤਵਾਦੀ ਕਾਲ ਦੇ ਵਿੱਚ ਕੀ ਸੀਗਾ ਕਿ ਵਾਰਟਰ ਸਿਸਟਮ ਸੀਗਾ, ਵਸਤੂ ਕਥਾ ਪ੍ਰਣਾਲੀ, ਜਿਹਦੇ ਵਿੱਚ ਵਸਤੂਆਂ ਨੂੰ ਹੀ ਆਪਸ ਦੇ ਵਿੱਚ ਐਕਸਚੇਂਜ ਕਰ ਲਿਆ ਜਾਂਦਾ ਸੀਗਾ, ਹੈ ਨਾ, ਚੀਜ਼ਾਂ ਨੂੰ ਚੀਜ਼ਾਂ ਦੇ ਨਾਲ ਵਟਾ ਕੇ ਹੀ ਆਪਣਾ ਜਿਹੜਾ ਸੀਗਾ ਇਹ ਟਾਈਮ ਪਾਸ ਕਰ ਲੈਂਦੇ ਸੀਗੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਮੁਦਰਾ ਪ੍ਰਚਲਨ ਹੋ ਜਾਂਦਾ ਆ, ਮਨੀ ਆ ਜਾਂਦੀ, ਕਰੰਸੀ ਆ ਜਾਂਦੀ ਆ, ਅਤੇ ਇਹਦੇ ਨਾਲ ਕੀ ਹੁੰਦਾ ਕਿ ਸਾਮੰਤਾਂ ਨੂੰ ਕਾਫੀ ਧੱਕਾ ਲੱਗਦਾ, ਕਿਉਂਕਿ ਪਹਿਲਾਂ ਕੀ ਸੀਗਾ ਕਿ ਲੋਕ ਸਾਮੰਤਾਂ ਦੇ ਉੱਤੇ ਡਿਪੈਂਡ ਸੀਗੇ, ਕਿਉਂਕਿ ਸਾਮੰਤ ਆਪਾਂ ਮੇਨਰ ਦੇਖਿਆ ਸੀ ਨਾ, ਜਿੱਥੇ ਉਹ ਲਾਰਡ ਰਹਿੰਦਾ ਆ ਔਰ ਉੱਥੇ ਹੀ ਸਾਰੀਆਂ ਚੀਜ਼ਾਂ ਦਾ ਉਤਪਾਦਨ ਕੀਤਾ ਜਾਂਦਾ ਆ, ਉੱਥੇ ਹੀ ਲੋਕ ਜਿਹੜੇ ਆ ਉਹਨਾਂ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮੇਨਰ ਦੇ ਵਿੱਚ ਹੀ ਮਿਲ ਜਾਂਦੀਆਂ ਆ। ਇਸ ਕਰਕੇ ਲਾਰਡ 'ਤੇ ਸਾਮੰਤ 'ਤੇ ਡਿਪੈਂਡ ਸੀਗੇ, ਹੈ ਨਾ।
ਬਟ ਹੁਣ ਕੀ ਹੋਇਆ ਕਿ ਮੁੰਦਰਾ ਪ੍ਰਣਾਲੀ ਚੱਲ ਪਈ। ਹੁਣ ਪੈਸੇ ਦੇ ਕੇ ਕਿਤੇ ਵੀ ਕੋਈ ਚੀਜ਼ ਖਰੀਦ ਸਕਦੇ ਸੀਗੇ। ਹੁਣ ਉਹਨਾਂ ਨੂੰ ਸਮੰਤਾ ਦੇ ਉੱਪਰ ਡਿਪੈਂਡ ਰਹਿਣ ਦੀ ਜ਼ਰੂਰਤ ਨਹੀਂ ਸੀਗੀ, ਕਿਉਂਕਿ ਉਹ ਆਪਣਾ ਪੈਸੇ ਦੇ ਕੇ ਕਿਤੇ ਵੀ ਕੋਈ ਵੀ ਚੀਜ਼ ਖਰੀਦ ਸਕਦੇ ਸੀਗੇ। ਅਤੇ ਇਸ ਤੋਂ ਇਲਾਵਾ ਮੁੰਦਰਾ ਦੇ ਪ੍ਰਚਲਨ ਦੇ ਨਾਲ ਰਾਜਿਆਂ ਦੇ ਲਈ ਵੀ ਹੁਣ ਜਿਹੜੀ ਸੀਗੀ ਆਰਮੀ ਨੂੰ ਰੱਖਣਾ ਸੰਭਵ ਹੋ ਗਿਆ ਸੀਗਾ, ਕਿਉਂਕਿ ਉਹ ਕੈਸ਼ ਸੈਲਰੀ ਦੇ ਕੇ ਤਾਂ ਈਜ਼ੀਲੀ ਆਰਮੀ ਨੂੰ ਰੱਖ ਸਕਦੇ ਸੀਗੇ। ਸੋ ਇਹਦੇ ਨਾਲ ਵੀ ਜਿਹੜਾ ਆ ਸਮੰਤਾ ਦੀ ਸ਼ਕਤੀ ਨੂੰ ਕਾਫੀ ਧੱਕਾ ਲੱਗਦਾ ਅਤੇ ਉਹਨਾਂ ਦਾ ਪਤਨ ਹੋ ਜਾਂਦਾ। ਸੋ ਉੱਪਰ ਵੀ ਜਿੰਨੇ ਵੀ ਅਸੀਂ ਕਾਰਨ ਕੀਤੇ ਆ, ਸੋ ਇਹਨਾਂ ਸਾਰਿਆਂ ਦੇ ਨਾਲ ਹੌਲੀ ਹੌਲੀ ਕੀ ਹੋ ਜਾਂਦਾ ਕਿ ਸਮੰਤਾ ਦਾ ਜਿਹੜਾ ਆ ਅੰਤ ਹੋ ਜਾਂਦਾ ਆ। ਸੋ ਇਹ ਤੁਹਾਡਾ ਜਿਹੜਾ ਸੀਗਾ ਕੁਐਸਚਨ ਸੀਗਾ ਸਮੰਤ ਜਿਹੜਾ ਆ ਫਿਊਡਲਿਜ਼ਮ ਐਂਡ ਡਿਕਲਾਈਨ ਆਫ ਫਿਊਡਲਿਜ਼ਮ, ਠੀਕ ਹੈ। ਸੋ ਇਹਦੇ ਵਿੱਚ ਆਪਾਂ ਫੀਚਰਸ ਵੀ ਕਰ ਲਏ ਔਰ ਡਿਕਲਾਈਨ ਵੀ ਕਰ ਲਿਆ। ਸੋ ਬੜਾ ਈਜ਼ੀ ਜਿਹਾ ਕੁਐਸਚਨ ਆ। ਸੋ ਕੋਸ਼ਿਸ਼ ਰਹੂਗੀ ਕਿ ਤੁਹਾਨੂੰ ਅੱਗੇ ਵੀ ਜਿਹੜੇ ਕੁਐਸਚਨਸ ਆ ਉਹ ਜਿਹੜੇ ਕਰਵਾ ਦਿੱਤੇ ਜਾਣ। ਮੇ ਬੀ ਉਹ ਇੰਨੀ ਡਿਟੇਲ ਦੇ ਵਿੱਚ ਨਾ ਕਰਵਾਏ ਜਾਣ, ਪਰ ਕੋਸ਼ਿਸ਼ ਰਹੂਗੀ ਕਿ ਉਹ ਕੁਐਸਚਨ ਵੀ ਤੁਹਾਨੂੰ ਕਰਵਾ ਦਿੱਤੇ ਜਾਣ। ਸੋ ਜਿਹੜੇ ਮੇਰੇ ਚੈਨਲ 'ਤੇ ਨਵੇਂ ਆ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਵੀਡੀਓ ਨੂੰ ਜਿਹੜਾ ਆ ਧਿਆਨ ਨਾਲ ਅਤੇ ਪੂਰਾ ਐਂਡ ਤੱਕ ਦੇਖਿਆ ਕਰੋ। ਔਰ ਅਗਰ ਵੀਡੀਓ ਪਸੰਦ ਆਵੇ ਤਾਂ